सिद्धू दिल्ली पहुंचे हुए ने प्रियंका गांधी दे नाल मुलाकात हुई है। किन्ना चिर मुलाकात हुई है ते अंदर की गल्लां हुई हैं? 4.5 घंटे मुलाकात हुई है और बहुत सारियां गल्लां हुईਆਂ ने। जे ਤਾਂ ਉੱਥੋਂ ਨਿਰਾਸ਼ਾ ਮਿਲੀ ਹੁੰਦੀ ਤਾਂ ਸ਼ਾਇਦ ਨਵਜੋਤ ਸਿੰਘ ਸਿੱਧੂ ਇਹਨੇ ਅਟੈਕਿੰਗ ਮੋਡ 'ਚ ਨਾ ਹੁੰਦੇ, ਕਿਉਂਕਿ ਜਿਸ ਤਰ੍ਹਾਂ ਦੇ ਸ਼ਬਦ ਵਰਤੇ ਆ ਸੁਖ ਵਿਲਾਸ ਦਾ ਨਾਂ ਲੈ ਕੇ ਕਿ ਪੰਜਾਬ ਦੀ ਬਰਬਾਦੀ ਤੇ ਸੁਖ ਵਿਲਾਸ ਬਣਾਇਆ ਗਿਆ ਤੇ ਇੱਥੇ ਸਕੂਲ ਤੇ ਹਸਪਤਾਲ ਖੋਲ੍ਹ ਕੇ ਦਮ ਲਵਾਂਗੇ। ਜਦੋਂ ਸੁਖਬੀਰ ਬਾਦਲ ਇਹ ਕਹਿਣਗੇ ਸਿੱਧੂ ਮਿਸਗਾਈਡਡ ਮਿਜ਼ਾਈਲ ਆ ਤਾਂ ਦੂਜੇ ਪਾਸਿਓਂ ਵੀ ਹਮਲਾ ਹੋਏਗਾ। ਇੱਕ ਜਿਹੜੇ ਕਹਿ ਰਹੇ ਨੇ ਨਵਜੋਤ ਸਿੰਘ ਸਿੱਧੂ ਨੂੰ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੇ ਮੂੰਹ ਨਹੀਂ ਲਾਇਆ, ਇੱਕ ਸੋਰਸ ਇਹ ਕਹਿ ਰਹੇ ਨੇ ਸਾਡੇ ਕਿ ਨਹੀਂ, ਮੁਲਾਕਾਤ ਆਲਰੇਡੀ ਹੋ ਚੁੱਕੀ ਹੈ। ਤਾਂ ਕੀ ਲੱਗਦਾ ਕਿ ਪ੍ਰਿयंका ਗਾਂਧੀ ਨੇ ਨਵਜੋਤ ਸਿੱਧੂ ਨੂੰ ਕੋਈ ਗਾਈਡਲਾਈਨਸ ਵੀ ਦਿੱਤੀਆਂ ਨੇ? ਦੇਖੋ, ਪ੍ਰਿयंका ਦੇ ਬਾਰੇ ਇਹ ਕਿਹਾ ਜਾਂਦਾ ਕਿ ਪ੍ਰਿयंका ਥਾਪੜਾ ਦੇਣ ਵਾਲੇ ਲੀਡਰ ਨੇ। ਉਹੀ ਸਿੱਧੂ ਤਾਂ ਅਟੈਕਿੰਗ ਮੋਡ 'ਚ ਹੈਗੇ ਹੀ ਨੇ। ਉਧਰ ਹੀ ਸੁਖਬੀਰ ਬਾਦਲ ਨੇ ਵੀ ਸਿੱਧੂ ਨੂੰ ਮਿਸਗਾਈਡਡ ਮਿਜ਼ਾਈਲ ਕਿਹਾ। ਕੀ ਲੱਗਦਾ ਕਿ ਇਹਨਾਂ ਦੀ ਆਪਸੀ ਲੜਾਈ ਜਿਹੜੀ ਉਹ ਤਿੱਖੀ ਹੋ ਜਾਏਗੀ? ਰਾਜਨੀਤੀ ਦੀ ਇਹ ਤਰਾਸਦੀ ਹੈ ਕਿ ਰਾਜਨੀਤੀ ਮੁੱਦਿਆਂ ਤੋਂ ਵੀ ਹਟ ਜਾਂਦੀ ਹੈ ਤੇ ਵਿਚਾਰਧਾਰਾ ਤੋਂ ਵੀ ਹਟ ਜਾਂਦੀ ਹੈ। ਫਿਰ ਕੀ ਹੈ, ਪਰਸਨੈਲਿਟੀ ਕਲਟ ਦੀ ਲੜਾਈ ਹੁੰਦੀ ਹੈ। ਤਾਂ ਜਿਉਂ-ਜਿਉਂ ਚੋਣਾਂ ਨੇੜੇ ਆਉਂਦੀਆਂ ਨੇ ਤੇ ਉਹ ਤਿਉਂ-ਤਿਉਂ ਤੁਸੀਂ ਦੇਖੋਗੇ ਸਿੱਧੂ ਵਰਸਸ ਸੁਖਬੀਰ ਬਾਦਲ, ਸਿੱਧੂ ਵਰਸਸ ਭਗਵੰਤ ਵਰਸਸ ਕੈਪਟਨ, ਇਹ ਸਾਰੀਆਂ ਚੀਜ਼ਾਂ ਇਸ ਤਰੀਕੇ ਨਾਲ ਹੋਣਗੀਆਂ। ਕੇਜਰੀਵਾਲ ਵਰਸਸ ਕੈਪਟਨ, ਸੁਖਬੀਰ ਵਰਸਸ ਕੇਜਰੀਵਾਲ। ਮੁੱਦਿਆਂ ਆਧਾਰਿਤ ਲੋਕਾਂ ਨੂੰ ਰਾਜਨੀਤੀ ਸੋਚਣੀ ਪਏਗੀ, ਇਹਨਾਂ ਤੇ ਪ੍ਰੈਸ਼ਰ ਬਿਲਡ ਕਰਨਾ ਪਏਗਾ। ਹੈਲਥ ਤੇ ਐਜੂਕੇਸ਼ਨ ਸਾਡੀ ਬੇਸਿਕ ਮੁੱਦੇ ਨੇ। ਨੈਗੇਟਿਵ ਨੈਰੇਟਿਵ ਤੇ ਲੰਬਾ ਸਮਾਂ ਕੋਈ ਚੀਜ਼ ਖੜੀ ਨਹੀਂ ਰੱਖੀ ਜਾ ਸਕਦੀ। ਅਲਟੀਮੇਟਲੀ ਤੁਹਾਨੂੰ ਪੋਜ਼ਿਟਿਵ ਨੈਰੇਟਿਵ ਦੇਣਾ ਪਏਗਾ। ਜ਼ਿੰਦਗੀ ਆ, ਚਾਹੇ ਸਿਆਸਤ ਆ, ਚਾਹੇ ਮੀਡੀਆ। ਇਸ ਕਰਕੇ ਇਹ ਧੜਿਆਂ ਦੀ ਰਾਜਨੀਤੀ ਚੱਲੇਗੀ। ਲੰਚ ਡਿਪਲੋਮੈਸੀ, ਡਿਨਰ ਡਿਪਲੋਮੈਸੀ, ਬ੍ਰੇਕਫਾਸਟ ਡਿਪਲੋਮੈਸੀ ਚੱਲਦੀ ਰਹੇਗੀ। ਤਾਂ ਉਹ ਸਾਰੀ ਇੱਕ ਕਾਊਂਟਰ ਪੋਲਿਟਿਕਸ ਕਹਿ ਦਈਏ। ਇੱਕ ਹਾਈ ਕਮਾਂਡ ਦੀ ਪੋਲਿਟਿਕਸ, ਇੱਕ ਕੈਪਟਨ ਦੀ ਪੋਲਿਟਿਕਸ। ਹਾਈ ਕਮਾਂਡ ਦੀ ਪੋਲਿਟਿਕਸ ਨੂੰ ਕਾਊਂਟਰ ਕਿਵੇਂ ਕਰਨਾ, ਕੈਪਟਨ ਹਮੇਸ਼ਾ ਇਹੀ ਸੋਚਦੇ ਰਹੇ ਆ। ਜਿਹੜਾ ਲੀਡਰ ਸਭ ਤੋਂ ਵੱਧ ਫਲੈਕਸੀਬਲ ਹੁੰਦਾ ਰਾਜਨੀਤੀ 'ਚ, ਉਹ ਸਭ ਤੋਂ ਵੱਧ ਕਾਮਯਾਬ ਹੁੰਦਾ। ਕੀ ਲੱਗਦਾ ਕਿ ਸਿੱਧੂ ਨੂੰ ਕੋਈ ਵੱਡਾ ਅਹੁਦਾ ਜਿਹੜਾ ਤੈਅ ਹੋ ਚੁੱਕਿਆ ਜਿਸ ਤਰ੍ਹਾਂ ਉਹ ਅਟੈਕਿੰਗ ਮੋਡ 'ਚ ਦੇਖ ਰਹੇ ਨੇ? ਜਿਹੜੇ ਮੇਰੇ ਸੋਰਸ ਨੇ ਬਹੁਤ ਸਾਰੇ, ਜਿਨ੍ਹਾਂ ਨਾਲ ਦਿੱਲੀ ਵੀ ਗੱਲ ਹੁੰਦੀ ਹੈ, ਇੱਥੋਂ ਵੀ ਜਿਹੜੇ ਮਿਲ ਕੇ ਆਏ ਨੇ, ਉਹ ਸਾਰੇ ਇਹ ਕਹਿ ਰਹੇ ਨੇ ਸਿੱਧੂ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਜਾਏਗਾ। ਬਹੁਤ ਸਾਰੇ ਲੋਕ ਕੈਪਟਨ ਦੇ ਖਿਲਾਫ ਬੋਲ ਕੇ ਆਏ ਨੇ, ਬਹੁਤ ਸਾਰੇ ਲੋਕ ਸਿੱਧੂ ਦੇ ਪੱਖ 'ਚ ਨਹੀਂ ਬੋਲ ਕੇ ਆਏ, ਕੁਝ ਸਿੱਧੂ ਦੇ ਵੀ ਖਿਲਾਫ ਬੋਲ ਕੇ ਆਏ ਨੇ। ਬ੍ਰਹਮਿੰਦਰਾ ਜਿਵੇਂ ਸਿੱਧੂ ਦੇ ਖਿਲਾਫ ਬੋਲੇ ਸੀ। ਪੰਜਾਬ ਦੀ ਸਿਆਸਤ ਸਭ ਤੋਂ ਘੱਟ ਆ ਜਿਹੜਾ ਦੇਖ ਰਿਹਾ ਬਹੁਤੀਆਂ ਪਾਰਟੀਆਂ 'ਚ, ਸਾਰੀਆਂ ਪਾਰਟੀਆਂ 'ਚ ਮੈਂ ਦੇਖ ਰਿਹਾ ਇੱਕ ਗੱਲ ਕਿ ਲੀਡਰਸ਼ਿਪ ਦਾ ਸੰਕਟ ਹੈ। ਰਾਜਨੀਤੀ ਤੋਂ ਵੱਡੀ ਕੋਈ ਚੀਜ਼ ਨਹੀਂ। ਦੁਨੀਆ ਦਾ ਸਭ ਤੋਂ ਔਖਾ ਕੰਮ ਰਾਜਨੀਤੀ ਹੈ। ਰਾਜਨੀਤੀ ਨੂੰ ਖੜਾ ਕਰ ਦੇਣਾ, ਚਿੰਤੀ ਲਾ ਕੇ ਰਾਜਨੀਤੀਆਂ ਤੁਸੀਂ ਖੜੀ ਕਰ। ਲੀਡਰ ਉਹ ਹੁੰਦਾ। ਮੈਨੇਜਮੈਂਟ ਨਾਲ ਨਹੀਂ ਚੱਲਦੀਆਂ ਪਾਰਟੀਆਂ ਜਾਂ ਪੋਲਿਟਿਕਸ। ਕੱਲੀਆਂ ਸਟੇਟਮੈਂਟਾਂ ਦੀ ਪੋਲਿਟਿਕਸ ਆ ਨਾ ਜਿਹੜੀ, ਕਿ ਸਟੇਟਮੈਂਟ ਪੋਲਿਟਿਕਸ, ਵੱਡੀ ਸਾਰੀ ਸਟੇਟਮੈਂਟ ਦੇ ਦਿਓ, ਮੋਮੈਂਟਮ ਬਣਾਓ। ਐ ਮੋਮੈਂਟਮ ਨਹੀਂ ਬਣਨਗੇ ਕਿਸੇ ਵੀ ਪਾਰਟੀ ਦੇ। ਨਵਾਂ ਮੈਂ ਦੇਖ ਰਿਹਾਗਾ ਕਿ ਲੀਡਰਾਂ ਕੋਲੇ ਕੁਝ ਨਵਾਂ ਨਹੀਂ ਹੈ। ਪੰਜਾਬ ਦੇ ਲੀਡਰਾਂ ਨੂੰ ਤੁਸੀਂ ਸੁਣੋ, ਤੁਸੀਂ 2022 ਦੇ 17 ਦੇ ਭਾਸ਼ਣ ਕੱਢ ਲਓ, 2012 ਦੇ ਕੱਢ ਲਓ ਤੇ 22 ਲਈ ਕੱਢ ਲਓ। ਗਾਂਧੀ ਪਰਿਵਾਰ ਦੇ ਦਰਬਾਰ 'ਚ ਪਹੁੰਚੇ ਨਵਜੋਤ ਸਿੱਧੂ। ਸੁਖਬੀਰ ਬਾਦਲ ਨੇ ਨਵਜੋਤ ਸਿੱਧੂ ਨੂੰ ਕਿਹਾ ਮਿਸਗਾਈਡਡ ਮਿਜ਼ਾਈਲ। ਉਧਰ ਹੀ ਸਿੱਧੂ ਨੇ ਸੁਖਬੀਰ ਬਾਦਲ ਤੇ ਕੀਤਾ ਅਟੈਕ। ਆਖਰ ਪੰਜਾਬ ਦੀ ਰਾਜਨੀਤੀ 'ਚ ਹੋ ਕੀ ਰਿਹਾ, ਇਸੇ ਨੂੰ ਹੀ ਡੀਕੋਡ ਕਰਦੇ ਹਾਂ ਸਾਡੇ ਪ੍ਰੋਗਰਾਮ ਰਾਜਨੀਤੀ ਡੀਕੋਡ ਦੇ ਵਿੱਚ, ਤੇ ਗੱਲਬਾਤ ਕਰਦੇ ਹਾਂ ਪ੍ਰੋ ਪੰਜਾਬ ਟੀਵੀ ਦੇ ਸੰਪਾਦਕ ਯਾਦਵਿੰਦਰ ਸਿੰਘ ਉਹਨਾਂ ਦੇ ਨਾਲ। ਤਾਂ ਯਾਦਵਿੰਦਰ ਜੀ, ਅੱਜ ਸਿੱਧੂ ਦਿੱਲੀ ਪਹੁੰਚੇ ਹੋਏ ਨੇ, ਪ੍ਰਿयंका ਗਾਂਧੀ ਦੇ ਨਾਲ ਮੁਲਾਕਾਤ ਹੋਈ ਹੈ। ਕਿੰਨਾ ਚਿਰ ਮੁਲਾਕਾਤ ਹੋਈ ਹੈ ਤੇ ਅੰਦਰ ਕੀ ਗੱਲਾਂ ਹੋਈਆਂ ਨੇ? ਦੇਖੋ, 4.5 ਘੰਟੇ ਮੁਲਾਕਾਤ ਹੋਈ ਹੈ ਪ੍ਰਿयंका ਦੇ ਨਾਲ ਨਵਜੋਤ ਸਿੰਘ ਸਿੱਧੂ ਦੀ। ਤੇ ਇਹਦਾ ਮਤਲਬ ਬਹੁਤ ਲੰਬੀ ਮੁਲਾਕਾਤ, 4.5 ਘੰਟੇ ਬਹੁਤ ਜ਼ਿਆਦਾ ਹੁੰਦੇ ਨੇ। ਮੈਨੂੰ ਲੱਗਦਾ ਕੋਈ ਮੁੱਦਾ ਨਹੀਂ ਬਚਿਆ ਹੋਏਗਾ ਜਿਹੜਾ ਡਿਸਕਸ ਨਹੀਂ ਹੋਇਆ। ਹਾਲਾਂਕਿ ਕੀ ਗੱਲਾਂ ਹੋਈਆਂ ਇਹ ਬਹੁਤ ਸਾਰੇ ਸੋਰਸਾਂ ਨੇ ਸਾਡਿਆਂ ਨੇ ਨਹੀਂ ਦੱਸਿਆ, ਪਰ ਇਹ ਜ਼ਰੂਰ ਦੱਸਿਆ ਕਿ 4.5 ਘੰਟੇ ਮੁਲਾਕਾਤ ਹੋਈ ਹੈ ਔਰ ਬਹੁਤ ਸਾਰੀਆਂ ਗੱਲਾਂ ਹੋਈਆਂ ਨੇ। ਔਰ ਗੱਲਾਂ ਹੋਣ ਤੋਂ ਬਾਅਦ ਜਿਸ ਤਰ੍ਹਾਂ ਦੀ ਸਿੱਧੂ ਦੀ ਸ਼ੈਲੀ ਹੈ, ਜਿਸ ਤਰ੍ਹਾਂ ਦਾ ਅਟੈਕ ਕੀਤਾ ਸ਼ਬਦਾਂ ਦੇ ਨਾਲ ਨਵਜੋਤ ਸਿੰਘ ਸਿੱਧੂ ਨੇ ਸੁਖਬੀਰ ਬਾਦਲ ਦੇ ਉੱਤੇ, ਉਹਦੇ 'ਚ ਇਹ ਪਤਾ ਲੱਗਦਾ ਕਿ ਉਹਨਾਂ ਦਾ ਕੌਨਫੀਡੈਂਸ ਉਸ ਮੀਟਿੰਗ ਤੋਂ ਬਾਅਦ ਰਾਈਜ਼ ਹੋਇਆ। ਯਾਨੀ ਜੇ ਤਾਂ ਉੱਥੋਂ ਨਿਰਾਸ਼ਾ ਮਿਲੀ ਹੁੰਦੀ ਤਾਂ ਸ਼ਾਇਦ ਨਵਜੋਤ ਸਿੰਘ ਸਿੱਧੂ ਇਹਨੇ ਅਟੈਕਿੰਗ ਮੋਡ 'ਚ ਨਾ ਹੁੰਦੇ, ਕਿਉਂਕਿ ਜਿਸ ਤਰ੍ਹਾਂ ਦੇ ਸ਼ਬਦ ਵਰਤੇ ਆ ਸੁਖ ਵਿਲਾਸ ਦਾ ਨਾਂ ਲੈ ਕੇ ਕਿ ਪੰਜਾਬ ਦੀ ਬਰਬਾਦੀ ਤੇ ਸੁਖ ਵਿਲਾਸ ਬਣਾਇਆ ਗਿਆ ਤੇ ਇੱਥੇ ਸਕੂਲ ਤੇ ਹਸਪਤਾਲ ਖੋਲ੍ਹ ਕੇ ਦਮ ਲਵਾਂਗੇ, ਇਹ ਗੱਲ ਕਹੀ ਹੈਗੀ। ਇਸ ਪੋਲੀਟੀਕਲ ਸਟੇਟਮੈਂਟਾਂ ਹੁੰਦੀਆਂ ਨੇ। ਜਿਉਂ-ਜਿਉਂ ਚੋਣਾਂ ਨੇੜੇ ਆਉਣਗੀਆਂ ਹਰ ਪਾਰਟੀ ਦੇ ਲੀਡਰ ਨੇ ਪੋਲੀਟੀਕਲ ਸਟੇਟਮੈਂਟਾਂ ਦੇਣੀਆਂ ਹੁੰਦੀਆਂ ਨੇ। ਹੋਣਾ ਕੀ ਹੁੰਦਾ ਉਹ ਸਰਕਾਰ ਆਉਣ ਤੋਂ ਬਾਅਦ ਪਤਾ ਹੁੰਦਾ।
ਤੇ ਪਰ ਜਿਸ ਤਰੀਕੇ ਦਾ ਹਮਲਾਵਰ ਰੁੱਖ ਆ ਨਵਜੋਤ ਸਿੰਘ ਸਿੱਧੂ ਦਾ, ਉਹ ਹਮਲਾਵਰ ਰੁੱਖ ਦੱਸਦਾ ਕਿ ਇਹ ਮੀਟਿੰਗ ਆ ਜਿਹੜੀ ਬੜੀ ਪੋਜ਼ਿਟਿਵ ਮੀਟਿੰਗ ਹੋਈ ਹੈ। ਔਰ ਇੱਥੋਂ ਤੱਕ ਸੋਰਸ ਕਹਿ ਰਹੇ, ਦੋ ਤਰ੍ਹਾਂ ਦੇ ਸੋਰਸ ਨੇ। ਇੱਕ ਜਿਹੜੇ ਕਹਿ ਰਹੇ ਨੇ ਨਵਜੋਤ ਸਿੰਘ ਸਿੱਧੂ ਨੂੰ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੇ ਮੂੰਹ ਨਹੀਂ ਲਾਇਆ। ਇੱਕ ਸੋਰਸ ਇਹ ਕਹਿ ਰਹੇ ਨੇ ਸਾਡੇ ਕਿ ਨਹੀਂ, ਮੁਲਾਕਾਤ ਆਲਰੇਡੀ ਹੋ ਚੁੱਕੀ ਹੈ ਸੋਨੀਆ ਨਾਲ ਵੀ ਤੇ ਰਾਹੁਲ ਨਾਲ ਵੀ। ਇਸ ਤਰ੍ਹਾਂ ਦੀ ਗੱਲ ਕਹੀ ਗਈ ਹੈ ਕਿ ਪ੍ਰਿੰਕਾ ਨਾਲ ਵੀ ਹੋ ਗਈ ਸੀ, ਪ੍ਰਿੰਕਾ ਨੇ ਮਾਂ ਪੁੱਤ ਨਾਲ ਵੀ ਅੱਗੇ ਮੀਟਿੰਗ ਕਰਵਾ ਦਿੱਤੀ ਹੈ, ਇਸ ਤਰ੍ਹਾਂ ਦੀ ਗੱਲ ਹੋਈ ਹੈ। ਪਰ ਦੋਵੇਂ ਤਰ੍ਹਾਂ ਦੀਆਂ ਕੰਟਰਡਿਕਸ਼ਨ ਆਉਂਦੀਆਂ ਨੇ। ਸਾਰੇ ਆਪਣੇ ਆਪਣੇ ਧੜੇ ਬਣ ਚੁੱਕੇ ਨੇ। ਕਾਂਗਰਸ ਹਰ ਧੜਾ ਆਪਣੇ ਮੁਤਾਬਕ ਆਪਣੀ ਇਨਫੋਰਮੇਸ਼ਨ ਦਿੰਦਾ ਤੇ ਅਸੀਂ ਉਹ ਜਿਵੇਂ ਦਿੰਦੇ ਨੇ ਉਵੇਂ ਵੀ ਰੱਖ ਦਿੰਦੇ ਹਾਂ। ਪਰ ਜਦੋਂ ਉੱਤੇ ਛਾਨਣੀ ਲਾਈ ਦੀ, ਅਸੀਂ ਛਾਨਣੀ ਲਾ ਕੇ ਅੱਗੇ ਪਤਾ ਵੀ ਲੱਗ ਜਾਂਦਾ ਕੀ ਗੱਲ ਹੈ। ਜਿਵੇਂ ਪ੍ਰਿੰਕਾ ਨਾਲ ਬੜੀ ਪੋਜ਼ਿਟਿਵ ਗੱਲ ਹੋਈ ਹੈ, ਸਾਨੂੰ ਪਤਾ ਲੱਗਿਆ। ਕੀ ਲੱਗਦਾ ਕਿ ਪ੍ਰਿਯੰਕਾ ਗਾਂਧੀ ਨੇ ਨਵਜੋਤ ਸਿੱਧੂ ਨੂੰ ਕੋਈ ਗਾਈਡਲਾਈਨਸ ਵੀ ਦਿੱਤੀਆਂ ਨੇ? ਦੇਖੋ, ਪ੍ਰਿੰਕਾ ਦੇ ਬਾਰੇ ਇਹ ਕਿਹਾ ਜਾਂਦਾ ਕਿ ਪ੍ਰਿੰਕਾ ਥਾਪੜਾ ਦੇਣ ਵਾਲੇ ਲੀਡਰ ਨੇ। ਜਿਵੇਂ ਕੋਈ ਰਾਹੁਲ ਗਾਂਧੀ ਕੋਲੇ ਜਾਊ, ਉਹਨੂੰ ਸੁਣਦੇ ਨੇ, ਉਹ ਰਾਹੁਲ ਗਾਂਧੀ ਸੁਣ ਕੇ ਛੱਡ ਦਿੰਦੇ ਨੇ। ਪ੍ਰਿੰਕਾ ਦੀ ਕਿਹਾ ਜਾਂਦਾ ਇਹ ਸਿਆਸੀ ਆਦਤ ਹੈ। ਸਿਆਸੀ ਤੌਰ ਦੇ ਉੱਤੇ ਪ੍ਰਿੰਕਾ ਨੂੰ ਥਾਪੜੇ ਦੇਣੇ ਪਸੰਦ ਨੇ। ਅੱਗੇ ਸਿਆਸਤ ਕਿਵੇਂ ਜਾਏਗੀ, ਕਿੱਧਰ ਨੂੰ ਜਾਏਗੀ, ਵੱਖਰੀ ਗੱਲ ਆ। ਪਰ ਜਿਹੜਾ ਵੀ ਲੀਡਰ ਜਾਂਦਾ ਹੈ, ਇੱਕ ਦਿਨ ਥਾਪੀ ਦੇਣ ਵਾਲੇ ਲੀਡਰ ਹੁੰਦੇ ਨੇ। ਜਿਵੇਂ ਪ੍ਰਕਾਸ਼ ਸਿੰਘ ਬਾਦਲ, ਇਹ ਸਾਰੇ ਲੀਡਰ ਨੂੰ ਥਾਪੀ ਦੇਣ ਵਾਲੇ ਲੀਡਰ ਕਹਿੰਦੇ ਨੂੰ। ਸਿਆਸਤ ਬਹੁਤ ਆਉਂਦੀ ਆ ਗੂੜੀ, ਜਿਹਨੂੰ ਪਤਾ ਕਿ ਜਿਹੜਾ ਇਹ ਬੰਦਾ ਆ ਗਿਆ ਉਹਨੂੰ ਖੁਸ਼ ਕਰਕੇ ਤੋਰੋ। ਤਾਂ ਪ੍ਰਿੰਕਾ ਦੇ ਬਾਰੇ ਕਿਹਾ ਜਾਂਦਾ ਕਿ ਉਹ ਥਾਪੀ ਦੇਣ ਵਾਲੇ ਲੀਡਰ ਨੇ। ਰਾਹੁਲ ਦੀ ਹੋਰ ਤਰ੍ਹਾਂ ਦੀ ਸਮਝ ਆ। ਰਾਹੁਲ ਰਾਜਨੀਤਿਕ ਤੌਰ ਦੇ ਉੱਤੇ ਉਵੇਂ ਨਹੀਂ ਵਿਚਰਦੇ ਜਿਵੇਂ ਬਾਕੀ ਲੀਡਰ ਵਿਚਰਦੇ ਨੇ। ਸੋਨੀਆ ਬਹੁਤ ਹੀ ਸੀਜ਼ਨਡ ਪੋਲੀਟੀਸ਼ੀਅਨ, ਜਿਹੜੇ ਇੰਨਾ ਚਿਰ ਉਹਨਾਂ ਨੂੰ ਰਾਜਨੀਤੀ 'ਚ ਹੋ ਗਿਆ, ਦੇਸ਼ ਚਲਾਇਆ ਹੈਗਾ, ਉਹਨਾਂ ਨੂੰ ਤਾਂ ਬਹੁਤ ਉਹਨਾਂ ਦੀ ਰਗ ਰਗ 'ਚ ਰਾਜਨੀਤੀ ਆ ਜਾਂਦੀ ਹੈ। ਪਰ ਪ੍ਰਿੰਕਾ ਦੇ ਬਾਰੇ ਕਹਿੰਦਾ ਤਾਂ 101% ਪ੍ਰਿੰਕਾ ਦਾ ਪਹਿਲਾਂ ਵੀ ਥਾਪੜਾ ਸੀਗਾ ਔਰ ਅੱਜ ਵੀ ਕੁਝ ਨਾ ਕੁਝ ਅਜਿਹਾ ਜ਼ਰੂਰ ਉੱਥੇ ਗੱਲ ਹੋਈ ਹੋਏਗੀ ਜਿਹਦੇ ਨਵਜੋਤ ਸਿੱਧੂ ਨੂੰ ਪੋਜ਼ਿਟਿਵ ਸੰਕੇਤ ਮਿਲੇ ਨੇ, ਹਾਂ ਪੱਖੀ ਸੰਕੇਤ ਮਿਲੇ ਨੇ। ਤੇ ਇਹਨਾਂ ਹਾਂ ਪੱਖੀ ਸੰਕੇਤਾਂ ਦੇ ਜ਼ਰੀਏ ਹੀ ਸਿੱਧੂ ਆਪਣੀ ਰਾਜਨੀਤੀ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਨਗੇ। ਉਹੀ ਸਿੱਧੂ ਤਾਂ ਅਟੈਕਿੰਗ ਮੂਡ 'ਚ ਹੈਗੇ ਹੀ ਨੇ। ਉਧਰ ਹੀ ਸੁਖਬੀਰ ਬਾਦਲ ਨੇ ਵੀ ਸਿੱਧੂ ਨੂੰ ਮਿਸਗਾਈਡਡ ਮਿਜ਼ਾਈਲ ਕਿਹਾ। ਕਿ ਲੱਗਦਾ ਕਿ ਇਹਨਾਂ ਦੀ ਆਪਸੀ ਲੜਾਈ ਜਿਹੜੀ ਉਹ ਤਿੱਖੀ ਹੋ ਜਾਏਗੀ? ਦੇਖੋ, ਹਮੇਸ਼ਾ ਇਹ ਹੁੰਦਾ, ਚੋਣਾਂ ਦੇ ਅੰਦਰ ਚਿਹਰਿਆਂ ਦੀ ਲੜਾਈ ਹੁੰਦੀ ਹੈ। ਰਾਜਨੀਤੀ ਇੱਕ ਥਾਂ, ਵਿਚਾਰਧਾਰਾ ਇੱਕ ਥਾਂ, ਮੁੱਦੇ ਇੱਕ ਥਾਂ। ਮੈਨੂੰ ਤਾਂ ਲੱਗਦਾ ਕਿ ਰਾਜਨੀਤੀ ਹਮੇਸ਼ਾ ਰਾਜਨੀਤਿਕ ਵਿਚਾਰਧਾਰਾ ਤੇ ਮੁੱਦੇ, ਦੋ ਚੀਜ਼ਾਂ ਹੁੰਦੀਆਂ ਨੇ। ਤੁਹਾਡੀ ਵਿਚਾਰਧਾਰਾ ਕੀ ਹੈ ਔਰ ਤੁਹਾਡੇ ਮੁੱਦੇ ਕੀ ਨੇ, ਉਹ ਗੱਲ ਹੋਣੀ ਚਾਹੀਦੀ ਹੈ। ਪਰ ਰਾਜਨੀਤੀ ਦੀ ਇਹ ਤਰਾਸਦੀ ਹੈ ਕਿ ਰਾਜਨੀਤੀ ਮੁੱਦਿਆਂ ਤੋਂ ਵੀ ਹਟ ਜਾਂਦੀ ਹੈ ਤੇ ਵਿਚਾਰਧਾਰਾ ਤੋਂ ਵੀ ਹਟ ਜਾਂਦੀ ਹੈ। ਫਿਰ ਕੀ ਹੈ, ਪਰਸਨੈਲਿਟੀ ਕਲਟ ਦੀ ਲੜਾਈ ਹੁੰਦੀ ਹੈ। ਤਾਂ ਪਰਸਨੈਲਿਟੀ ਕਲਟ 'ਚ ਪੰਜਾਬ 'ਚ ਕੌਣ ਕੌਣ ਹੈ? ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਵਿਕਰਮ ਮਜੀਠੀਆ, ਸੁਖਬੀਰ ਬਾਦਲ, ਨਵਜੋਤ ਸਿੰਘ ਸਿੱਧੂ, ਕੇਜਰੀਵਾਲ, ਭਗਵੰਤ ਮਾਨ। ਇਹ ਚਿਹਰੇ ਨੇ ਪੰਜਾਬ ਦੇ। ਚਿਹਰਿਆਂ ਦੇ ਉੱਤੇ ਐਂਡ 'ਚ ਆ ਕੇ ਰਾਜਨੀਤੀ ਟਿਕ ਜਾਂਦੀ ਹੈ। ਹੁਣ ਤੱਕ ਦੇ ਚਿਹਰਿਆਂ ਦੀ ਗੱਲ ਕਰ ਰਹੇ ਹਾਂ, ਹੋਰ ਵੀ ਆ ਸਕਦੇ ਆ। ਤੇ ਇਹ ਚਿਹਰਿਆਂ ਦੀ ਰਾਜਨੀਤੀ ਦੇ ਅੰਦਰ ਫਿਰ ਇਸ ਤਰੀਕੇ ਦੇ ਨਾਲ ਹਮਲੇ ਹੁੰਦੇ ਨੇ ਕਿ ਚਿਹਰੇ ਨੂੰ ਟਾਰਗੇਟ ਕਰੋ। ਤਾਂ ਓਬਵੀਅਸਲੀ ਹੈ ਸੁਖਬੀਰ ਬਾਦਲੇ ਜਿਉਂ-ਜਿਉਂ ਚੋਣਾਂ ਨੇੜੇ ਆਉਣਗੀਆਂ ਤਿਉਂ-ਤਿਉਂ ਰਾਜਨੀਤਿਕ ਲੜਾਈ ਤਿੱਖੀ ਹੋਏਗੀ, ਤਿਉਂ-ਤਿਉਂ ਨਿੱਜੀ ਬਿਆਨਬਾਜ਼ੀ ਤਿੱਖੀ ਹੋਏਗੀ ਔਰ ਵੱਧ ਤੋਂ ਵੱਧ ਟਾਰਗੇਟ ਕੀਤਾ ਜਾਏਗਾ। ਜਦੋਂ ਹੀ ਸਿੱਧੂ, ਅੱਜ ਪਹਿਲਾ ਬਿਆਨ ਆਇਆ ਸੁਖਬੀਰ ਸਿੰਘ ਬਾਦਲ ਦਾ, ANI ਨੇ ਟਵੀਟ ਕੀਤਾ ਸੁਖਬੀਰ ਸਿੰਘ ਬਾਦਲ ਦੀ ਪੂਰੀ ਸਟੇਟਮੈਂਟ। ਨਵਜੋਤ ਸਿੱਧੂ ਨੇ ਉਸੇ ਟਵੀਟ ਦਾ ਜਵਾਬ ਉਹਨੂੰ ਸ਼ੇਅਰ ਕਰਕੇ ਉੱਪਰ ਲਿਖਿਆ ਕਿ ਸੁਖ ਵਿਲਾਸ ਜਿਹੜਾ ਹੈਗਾ ਸੁਖਬੀਰ ਸਿੰਘ ਬਾਦਲ ਦਾ ਜੋ ਹੋਟਲ ਹੈ, ਉਹ ਬਰਾਏ ਕੰਪਨੀ ਦੇ ਨਾਲ ਮਿਲ ਕੇ ਉਹਨਾਂ ਨੇ ਖੋਲ੍ਹਿਆ ਹੋਇਆ, ਉਹ ਹੋਟਲ ਜਿਹੜਾ ਲੋਕ ਪੰਜਾਬ ਦੀ ਬਰਬਾਦੀ ਕਰਕੇ ਬਣਿਆ ਹੋਇਆ। ਜੋ ਸਾਡੀ ਸਰਕਾਰ ਆਈ ਜਾਂ ਜਦੋਂ ਇਹਦਾ ਜਵਾਬ ਦਿੱਤਾ ਜਾਏਗਾ ਕਿ ਇਹਦੇ ਤੇ ਸਕੂਲ ਤੇ ਕਾਲਜ ਖੋਲ੍ਹ ਦਾਂਗੇ ਜਾਂ ਸਕੂਲ ਤੇ ਹਸਪਤਾਲ ਖੋਲ੍ਹ ਦਾਂਗੇ, ਤਾਂ ਇਸ ਤਰ੍ਹਾਂ ਦੇ ਤਿੱਖੇ ਹਮਲੇ ਜਦੋਂ ਇੱਕ ਪਾਸੇ ਹੋਣਗੇ ਦੂਜੇ ਪਾਸੇ ਵੀ ਹੋਣਗੇ। ਜਦੋਂ ਸੁਖਬੀਰ ਬਾਦਲ ਇਹ ਕਹਿਣਗੇ ਸਿੱਧੂ ਮਿਸਗਾਈਡਡ ਮਿਜ਼ਾਈਲ ਆ, ਤਾਂ ਦੂਜੇ ਪਾਸਿਓਂ ਵੀ ਹਮਲਾ ਹੋਏਗਾ। ਇੱਕ ਸਿੱਧਾ ਦਸਤੂਰ ਹੁੰਦਾ ਰਾਜਨੀਤੀ ਦਾ। ਰਾਜਨੀਤੀ ਦੇ ਅੰਦਰ ਕੋਈ ਵੀ ਲੀਡਰ, ਕੋਈ ਵੀ ਪਾਰਟੀ ਕਿਸੇ ਵੀ ਮੌਕੇ ਤੇ ਇੱਕ ਦੂਜੇ ਨੂੰ ਨਹੀਂ ਬਖਸ਼ਦੀ। ਜਦੋਂ ਵੀ ਮੌਕਾ ਮਿਲਦਾ ਹੈ ਉਦੋਂ ਹੀ ਅਟੈਕ ਕੀਤਾ ਜਾਂਦਾ। ਔਰ ਜਿਉਂ-ਜਿਉਂ ਚੋਣਾਂ ਨੇੜੇ ਆਉਂਦੀਆਂ ਨੇ ਤੇ ਉਹ ਤਿਉਂ-ਤਿਉਂ ਤੁਸੀਂ ਦੇਖੋਗੇ ਸਿੱਧੂ ਵਰਸਸ ਸੁਖਬੀਰ ਬਾਦਲ, ਸਿੱਧੂ ਵਰਸਸ ਭਗਵੰਤ ਵਰਸਸ ਕੈਪਟਨ, ਇਹ ਸਾਰੀਆਂ ਚੀਜ਼ਾਂ ਇਸ ਤਰੀਕੇ ਨਾਲ ਹੋਣਗੀਆਂ। ਕੇਜਰੀਵਾਲ ਵਰਸਸ ਕੈਪਟਨ, ਸੁਖਬੀਰ ਵਰਸਸ ਕੇਜਰੀਵਾਲ। ਇਹ ਕੋਈ ਬਹੁਤ ਵਧੀਆ, ਮੈਂ ਕਹਿੰਦਾ ਕਿ ਲੋਕਤੰਤਰ 'ਚ ਨਹੀਂ ਹੈ। ਲੋਕਤੰਤਰ 'ਚ ਮੁੱਦਿਆਂ ਦੀ ਰਾਜਨੀਤੀ ਹੋਣੀ ਚਾਹੀਦੀ ਹੈ। ਜੇ ਤੁਸੀਂ ਲੋਕਤੰਤਰ ਨੂੰ ਅਮੀਰ ਕਰਨਾ, ਜੇ ਪੰਜਾਬ ਦਾ ਭਲਾ ਕਰਨਾ, ਤਾਂ ਮੁੱਦਿਆਂ ਦੀ ਰਾਜਨੀਤੀ ਕਰੋ, ਨਾ ਕਿ ਚਿਹਰਿਆਂ ਦੀ ਰਾਜਨੀਤੀ ਕਰੋ, ਨਾ ਕਿ ਨੌਨ ਇਸ਼ੂ ਨੂੰ ਇਸ਼ੂ ਬਣਾ ਕੇ ਰਾਜਨੀਤੀ ਕਰੋ। ਕਈ ਵਾਰ ਨੌਨ ਇਸ਼ੂ ਨੂੰ ਇਸ਼ੂ, ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਪੰਜਾਬ ਨੂੰ ਸਿੱਧੂ ਗਾਈਡਡ ਮਿਜ਼ਾਈਲ ਨੇ ਜਾਂ ਅਨਗਾਈਡਡ ਮਿਜ਼ਾਈਲ ਨੇ। ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਸੁਖਬੀਰ ਬਾਦਲ ਦਾ ਬਿਜ਼ਨਸ ਕੀ ਹੈ। ਉਹ ਤਾਂ ਇੱਕ ਗੱਲ ਆ, ਉਹਨਾਂ ਦਾ ਬਿਜ਼ਨਸ ਆ, ਉਹ ਕਹਿੰਦੇ ਲੀਗਲ ਆ। ਮੇਰਾ ਬਿਜ਼ਨਸ ਕੀ ਨੇ, ਕੀ ਹੈ, ਉਹ ਇੱਕ ਵੱਖਰੀ ਗੱਲ ਹੈ। ਰਾਜਨੀਤਿਕ ਤੌਰ ਤੇ ਮੁੱਦੇ ਤੇ ਕਹੋ ਕਿ ਪੰਜਾਬ ਦੇ ਹਸਪਤਾਲਾਂ ਦੀ ਤਬਾਹੀ ਕਿਵੇਂ ਹੋਈ ਹੈ। ਜੇ ਮੈਂ ਗੱਲ ਕਹਿਣਾ ਕਿ 70 ਤੋਂ ਲੈ ਕੇ ਹੁਣ ਤੱਕ ਦੇ ਬਜਟ ਕੱਢੋ ਤੁਸੀਂ, ਪੰਜਾਬ ਦਾ ਹੈਲਥ ਸੈਕਟਰ ਤੇ ਪੰਜਾਬ ਦੀ ਐਜੂਕੇਸ਼ਨ ਦਾ ਬਜਟ ਲਗਾਤਾਰ ਘਟਦਾ ਆਇਆ। ਉਹ 'ਚ ਸਾਰੀਆਂ ਸਰਕਾਰਾਂ ਰਹੀਆਂ ਨੇ 70 ਤੋਂ ਲੈ ਕੇ ਹੁਣ ਤੱਕ। ਜਦੋਂ ਤੱਕ ਤੁਸੀਂ ਇਹ ਮੁੱਦਿਆਂ ਦਾ ਅਰਥ ਲੋਕ ਨਹੀਂ ਸਮਝਣਗੇ, ਲੀਡਰਾਂ ਨੇ ਇਹੀ ਕਰਨਾ। ਮੁੱਦਿਆਂ ਦਾ ਅਰਥ ਲੋਕਾਂ ਨੂੰ ਰਾਜਨੀਤੀ ਸੋਚਣੀ ਪਏਗੀ, ਇਹਨਾਂ ਤੇ ਪ੍ਰੈਸ਼ਰ ਬਿਲਡ ਕਰਨਾ ਪਏਗਾ
ਹੈਲਥ ਤੇ ਐਜੂਕੇਸ਼ਨ ਸਾਡੀ ਬੇਸਿਕ ਮੁੱਦੇ ਨੇ, ਸਾਡੀਆਂ ਅਗਲੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਮੁੱਦੇ ਨੇ, ਪੰਜਾਬ ਨੂੰ ਬਚਾਉਣ ਦੇ ਮੁੱਦੇ ਨੇ। ਇਸ ਕਰਕੇ ਚਿਹਰਿਆਂ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ, ਮੁੱਦਿਆਂ ਦੀ ਰਾਜਨੀਤੀ ਹੋਣੀ ਚਾਹੀਦੀ ਹੈ। ਮੁੱਦਿਆਂ ਦੀ ਰਾਜਨੀਤੀ ਨਾਲ ਪੰਜਾਬ ਬਚੇਗਾ। ਮੈਂ ਨਹੀਂ ਕਹਿੰਦਾ ਕਿ ਜਿਹੜਾ ਮੁੱਦਾ ਸਿੱਧੂ ਉਠਾ ਰਹੇ ਨੇ ਜਾਂ ਸੁਖਬੀਰ ਉਠਾ ਰਹੇ, ਸੁਖਬੀਰ ਨੇ ਜਿਵੇਂ ਅੱਜ ਮਾਈਨਿੰਗ ਦੀ ਗੱਲ ਕੀਤੀ ਹੈਗੀ, ਤਾਂ ਮਾਈਨਿੰਗ ਦਾ ਮਸਲਾ ਪਹਿਲਾਂ ਵੀ ਉੱਠਦਾ ਰਿਹਾ, ਪਿਛਲੀ ਸਰਕਾਰ 'ਚ ਉੱਠਦਾ, ਇਸ ਸਰਕਾਰ 'ਚ ਵੀ ਵਧੀਆ ਗੱਲ ਹੈ। ਕੋਈ ਵੀ ਮੁੱਦਾ, ਕਿਸੇ ਵੀ ਮੁੱਦੇ ਦੇ ਉੱਤੇ ਕੋਈ ਵੀ ਲੀਡਰ ਰਾਜਨੀਤੀ ਕਰਦਾ, ਘੱਟੋ ਘੱਟ ਬੇਨਕਾਬ ਤਾਂ ਹੋਵੇ ਨਾ। ਅਗਰ ਇਹ ਸਰਕਾਰ 'ਚ ਗਲਤ ਹੋ ਰਿਹਾ, ਉਹ ਸਰਕਾਰ 'ਚ ਗਲਤ ਹੋ ਰਿਹਾ, ਇਹ ਲੀਡਰ ਗਲਤ ਕਰ ਰਿਹਾ, ਉਹ ਲੀਡਰ ਕਰ ਰਿਹਾ, ਕੌਣ ਇਹਨਾਂ ਦੇ ਪਿੱਛੇ ਆ, ਉਹ ਸਾਰੀਆਂ ਗੱਲਾਂ ਬੇਨਕਾਬ ਹੋਣੀਆਂ ਚਾਹੀਦੀਆਂ ਨੇ। ਪਰ ਉਹ ਬੇਨਕਾਬ ਉਦੋਂ ਹੋਣਗੀਆਂ ਜਦੋਂ ਮੁੱਦਿਆਂ ਦੀ ਰਾਜਨੀਤੀ ਹੋਏਗੀ। ਐਲੀਗੇਸ਼ਨ ਤਾਂ ਲੱਗ ਜਾਣਗੇ, ਅਲਟਰਨੇਟਿਵ ਕੀ ਹੈ, ਬਦਲ ਕੀ ਹੈ। ਨੈਗੇਟਿਵ ਨੈਰੇਟਿਵ ਤੇ ਲੰਬਾ ਸਮਾਂ ਕੋਈ ਚੀਜ਼ ਖੜੀ ਨਹੀਂ ਰੱਖੀ ਜਾ ਸਕਦੀ। ਅਲਟੀਮੇਟਲੀ ਤੁਹਾਨੂੰ ਪੋਜ਼ਿਟਿਵ ਨੈਰੇਟਿਵ ਦੇਣਾ ਪਏਗਾ। ਜ਼ਿੰਦਗੀ ਆ, ਚਾਹੇ ਸਿਆਸਤ ਆ, ਚਾਹੇ ਮੀਡੀਆ, ਅਲਟੀਮੇਟਲੀ ਤੁਹਾਨੂੰ ਇਹ ਦੱਸਣਾ ਪਏਗਾ ਆਹ ਸਮੱਸਿਆਵਾਂ ਨੇ ਤੇ ਆਹ ਇਹਨਾਂ ਦੇ ਹੱਲ ਹੋ ਸਕਦੇ ਨੇ। ਅਲਟੀਮੇਟ ਹੱਲ ਕਿਸੇ ਕੋਲ ਨਹੀਂ, ਅੰਤਮ ਸੱਚ ਕਿਸੇ ਕੋਲ ਨਹੀਂ ਹੁੰਦਾ, ਨਾ ਲੀਡਰ ਕੋਲੇ ਹੁੰਦਾ। ਅੰਤਮ ਸੱਚ ਇਵੋਲਵ ਹੁੰਦੇ ਨੇ, ਨਾ ਪੱਤਰਕਾਰਾਂ ਕੋਲੇ ਹੁੰਦਾ ਤੇ ਨਾ ਹੀ ਕਿਸੇ ਸਮਾਜਿਕ ਕਾਰਕੁਨ ਕੋਲੇ ਹੁੰਦਾ, ਨਾ ਹੀ ਕਿਸੇ ਰਾਜਨੀਤਿਕ ਧਿਰ ਕੋਲੇ ਹੁੰਦਾ। ਅੰਤਮ ਸੱਚ ਇਵੋਲਵ ਹੁੰਦਾ, ਮਤਲਬ ਸਮਝ ਬਣਦੀ ਬਹੁਤ ਸਾਰੀਆਂ ਸਮਝਾਂ ਚੋਂ ਇੱਕ ਸਮਝ ਨਿਕਲਦੀ ਹੈ। ਬਹੁਤ ਸਾਰੀਆਂ ਅਸਹਿਮਤੀਆਂ ਚੋਂ ਸਾਡੀਆਂ ਬਹੁਤ ਸਹਿਮਤੀਆਂ ਹੁੰਦੀਆਂ ਨੇ। ਅਸੀਂ ਸਹਿਮਤੀ, ਇੱਕ ਸਾਂਝੀ ਸਹਿਮਤੀ ਵੱਲ ਵੱਧਦੇ ਹਾਂ ਕਿ ਆਹ ਸਾਂਝੀ ਸਹਿਮਤੀ ਹੈ, ਸਾਨੂੰ ਇਹ ਤੇ ਚੱਲਣਾ ਚਾਹੀਦਾ ਸਾਰਿਆਂ ਨੂੰ ਰਲ ਮਿਲ ਕੇ। ਤਾਂ ਇਹੀ ਪੰਜਾਬ ਆ ਔਰ ਇਹੀ ਸਿਆਸਤ ਆ, ਇਹੀ ਸਾਰਾ ਕੁਝ ਆ। ਜਦੋਂ ਤੱਕ ਇਹ ਗੱਲ ਨਹੀਂ ਹੋਏਗੀ ਉਦੋਂ ਤੱਕ ਪੰਜਾਬ ਦਾ ਕੁਝ ਨਹੀਂ ਬਣੇਗਾ। ਉਦੋਂ ਤੱਕ ਫਿਰ ਇਹੀ ਆ, ਸੁਖਬੀਰ ਨੇ ਕੈਪਟਨ ਨੂੰ ਕੀ ਕਹਿਤਾ, ਕੈਪਟਨ ਨੇ ਸੁਖਬੀਰ ਨੂੰ ਕਹਿਤਾ, ਸਿੱਧੂ ਨੇ ਸੁਖਬੀਰ ਨੂੰ ਕਹਿਤਾ, ਸੁਖਬੀਰ ਨੇ ਸਿੱਧੂ ਨੇ ਕੀ ਕਹਿਤਾ, ਕੇਜਰੀਵਾਲ ਨੇ ਸੁਖਬੀਰ ਨੂੰ ਕੀ ਕਹਿਤਾ, ਕੈਪਟਨ ਨੇ ਕੇਜਰੀਵਾਲ ਨੂੰ ਕੀ ਕਹਿਤਾ। ਇਹ ਗੱਲ ਨਾਲ ਖੁਸ਼ ਨਾ ਹੋਣ ਪੰਜਾਬ ਦੇ ਲੋਕ। ਪੰਜਾਬ ਦੇ ਲੋਕਾਂ ਦੀ ਇਹ ਮੈਂ ਕਹੂੰ ਤਰਾਸਦੀ ਹੈ। ਲੋਕਾਂ ਨੂੰ ਵੀ ਸਿੱਖਣਾ ਪਏਗਾ, ਲੋਕਾਂ ਨੂੰ ਮੈਚੁਰ ਹੋਣਾ ਪਏਗਾ ਰਾਜਨੀਤਿਕ ਤੌਰ ਦੇ ਉੱਤੇ। ਇਹ ਗੱਲਾਂ ਸੁਣਦੇ ਰਹੋ ਸਾਰਿਆਂ ਦੀਆਂ, ਇਹਨਾਂ ਨੂੰ ਕਰਨੋਂ ਨਹੀਂ ਹਟਾ ਸਕਦੇ ਤੁਸੀਂ ਲੀਡਰਾਂ ਨੂੰ। ਇਹ ਤਾਂ ਇਹੀ ਕਰਨਗੇ, ਇਹਨਾਂ ਦਾ ਤਾਂ ਕੰਮ ਹੀ ਇਹ ਹੈ ਕਿ ਇਸ਼ੂਜ਼ ਤੋਂ ਨੌਨ ਇਸ਼ੂ ਬਣਾ ਦਿਓ ਪੋਲੀਟਿਕਸ ਨੂੰ, ਨੌਨ ਇਸ਼ੂਜ਼ ਦੀ ਪੋਲੀਟਿਕਸ ਹੋਵੇ। ਪਰ ਇਹ ਲੰਬਾ ਸਮਾਂ ਚੱਲੇਗਾ ਨਹੀਂ। ਇਸ ਕਰਕੇ ਜ਼ਰੂਰੀ ਹੈ ਲੋਕ ਇਹਨਾਂ ਨੂੰ ਫੋਕਸ ਕਰਨ, ਲੋਕ ਇਹਨਾਂ ਤੇ ਧਿਆਨ ਰੱਖਣ, ਇੱਕ ਪ੍ਰੈਸ਼ਰ ਗਰੁੱਪ ਦੇ ਰੂਪ 'ਚ ਲੋਕ ਕੰਮ ਕਰਨ। ਉਹੀ ਜਿਹੜੇ ਸਿੱਧੂ ਨੇ ਉਹ ਹਾਈ ਕਮਾਂਡ ਦੇ ਕੋਲ ਪਹੁੰਚੇ ਹੋਏ ਨੇ ਦਿੱਲੀ, ਤੇ ਇੱਧਰ ਕੈਪਟਨ ਜਿਹੜੇ ਨੇ ਹਿੰਦੂ ਲੀਡਰਾਂ ਦੇ ਨਾਲ ਮੁਲਾਕਾਤ ਕਰ ਰਹੇ ਨੇ। ਲੰਚ ਡਿਪਲੋਮੈਸੀ ਕੀ ਹੈ ਕੈਪਟਨ ਸਾਹਿਬ ਦੀ? ਅਮਰਿੰਦਰ ਸਿੰਘ ਦੀ ਜਿਹੜੀ ਲੰਚ ਡਿਪਲੋਮੈਸੀ ਹੈ ਉਹ ਇਹ ਹੈ ਕਿ ਸਿੱਧੂ ਦਿੱਲੀ ਦਰਬਾਰ ਨੇ, ਇੱਧਰ ਤੁਸੀਂ ਹਿੰਦੂ ਲੀਡਰ ਬੁਲਾਓ, ਹਿੰਦੂ ਲੀਡਰਾਂ ਨੂੰ ਬੁਲਾ ਕੇ ਇੱਕ ਮੈਸੇਜ ਦਿਓ ਹਾਈ ਕਮਾਨ ਨੂੰ ਕਿ ਕੈਪਟਨ ਅਮਰਿੰਦਰ ਸਿੰਘ ਨੇ ਐਮਐਲਏ ਨਾਲ ਵੀ ਕਰ ਲਈ, ਮੰਤਰੀਆਂ ਨਾਲ ਵੀ ਮੁਲਾਕਾਤ ਕਰ ਲਈ, ਹਿੰਦੂ ਲੀਡਰ ਵੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਨੇ। ਇਹ ਤਾਂ ਧੜਿਆਂ ਦੀ ਰਾਜਨੀਤੀ 'ਚ ਹੀ ਹੁੰਦਾ। ਜਦੋਂ ਕੈਪਟਨ ਵਰਸਸ ਬਾਜਵਾ ਹੋ ਰਿਹਾ ਸੀ, ਜਦੋਂ ਕੈਪਟਨ ਵਰਸਸ ਭੱਠਲ ਹੋ ਰਿਹਾ ਸੀ, ਕੈਪਟਨ ਵਰਸਸ ਜਦੋਂ ਵੀ ਹੋਇਆਗਾ, ਜਦੋਂ ਕੈਪਟਨ ਉਦੋਂ ਪਹਿਲਾਂ ਵੀ ਪੰਜਾਬ ਕਾਂਗਰਸ ਦੇ ਅੰਦਰ ਬਹੁਤ ਸਾਰੇ ਬਰਾੜ ਵਰਸਸ ਭੱਠਲ ਹੋ ਰਿਹਾ ਸੀ। ਬਹੁਤ ਸਾਰੀ ਪੋਲੀਟਿਕਸ ਕਾਂਗਰਸ 'ਚ ਇਸੇ ਤਰ੍ਹਾਂ ਹੁੰਦੀ ਹੈ, ਹਰ ਪਾਰਟੀ 'ਚ ਹੁੰਦੀ ਹੈ, ਕਾਂਗਰਸ 'ਚ ਹੀ ਨਹੀਂ, ਹਰ ਪਾਰਟੀ 'ਚ ਹੁੰਦੀ ਹੈ। ਇੱਕ ਲੈਵਲ ਤੇ ਹੈਲਦੀ ਵੀ ਹੁੰਦੀ ਹੈ, ਪਰ ਉਦੋਂ ਬਾਅਦ ਅਨਹੈਲਦੀ ਉਦੋਂ ਹੁੰਦੀ ਹੈ ਜਦੋਂ ਸਿਰਫ ਆਪਦੇ ਨਿੱਜੀ ਮਫਾਦ ਰਹਿ ਜਾਂਦੇ ਨੇ। ਕਿਸੇ ਵੀ ਪਾਰਟੀ 'ਚ ਮਤਭੇਦ ਹੋਣੇ ਕੋਈ ਮਾੜੀ ਗੱਲ ਨਹੀਂ ਹੈ, ਚੰਗੀ ਗੱਲ ਹੈ, ਪਰ ਉਹ ਮਤਭੇਦ ਕਿਸ ਹੱਦ ਤੱਕ ਨੇ ਕਿ ਉਹ ਪੰਜਾਬ ਦੇ ਭਲੇ ਲਈ ਕੁਝ ਸੋਚ ਰਹੇ ਨੇ ਜਾਂ ਫਿਰ ਆਪਣੇ ਨਿੱਜੀ ਮਫਾਦਾਂ ਲਈ ਲੱਗੇ ਹੋਏ ਨੇ। ਇਸ ਕਰਕੇ ਇਹ ਧੜਿਆਂ ਦੀ ਰਾਜਨੀਤੀ ਚੱਲੇਗੀ। ਲੰਚ ਡਿਪਲੋਮੈਸੀ, ਡਿਨਰ ਡਿਪਲੋਮੈਸੀ, ਬ੍ਰੇਕਫਾਸਟ ਡਿਪਲੋਮੈਸੀ ਚੱਲਦੀ ਰਹੇਗੀ। ਯਾਨੀ ਜੇ ਤੁਸੀਂ ਵੈਸੇ ਬੁਲਾਓਗੇ, ਅਗਲੇ ਕਹਿਣਗੇ ਕਿਉਂ ਬੁਲਾਇਆ, ਲੰਚ ਤੇ ਬੁਲਾ ਲਿਆ, ਹਾਂਜੀ ਆਪਾਂ ਵੈਸੇ ਹੀ ਗੱਲ ਵੀ ਨਹੀਂ ਕਰਨੀ, ਸਾਰਾ ਜਾਣ ਵੀ ਲੈਣਾ ਉਹਨਾਂ ਦੇ ਦਿਲ ਦਾ ਹਾਲ, ਉਸ ਤੋਂ ਬਾਅਦ ਉਹਨਾਂ ਨੂੰ ਦੱਸਣਾ, ਉਸ ਤੋਂ ਬਾਅਦ ਜਿਹੜਾ ਲੱਗਦਾ ਕਿ ਮੇਰੇ ਨੇੜੇ ਆ ਜਾਂ ਮੈਨੂੰ ਕਹਿ ਰਿਹਾ, ਤਾਂ ਉਹ ਸਾਰੀ ਇੱਕ ਕਾਊਂਟਰ ਪੋਲੀਟਿਕਸ ਕਹਿ ਦਈਏ। ਇੱਕ ਹਾਈ ਕਮਾਂਡ ਦੀ ਪੋਲੀਟਿਕਸ, ਇੱਕ ਕੈਪਟਨ ਦੀ ਪੋਲੀਟਿਕਸ। ਹਾਈ ਕਮਾਂਡ ਦੀ ਪੋਲੀਟਿਕਸ ਨੂੰ ਕਾਊਂਟਰ ਕਿਵੇਂ ਕਰਨਾ, ਕੈਪਟਨ ਹਮੇਸ਼ਾ ਇਹੀ ਸੋਚਦੇ ਰਹੇ ਹੈਗੇ। ਹਾਈ ਕਮਾਂਡ ਦੀ ਪੋਲੀਟਿਕਸ ਨੂੰ ਕਾਊਂਟਰ ਕਰਨ ਦੇ ਨਾਲ ਕੀ ਰਾਹ ਨਿਕਲ ਸਕਦੇ ਨੇ। ਤਾਂ ਪੋਲੀਟਿਕਸ ਵਰਸਸ ਕਾਊਂਟਰ ਪੋਲੀਟਿਕਸ ਹਮੇਸ਼ਾ ਚੱਲਦੀ ਹੈ। ਤਾਂ ਪੋਲੀਟਿਕਸ ਵਰਸਸ ਕਾਊਂਟਰ ਪੋਲੀਟਿਕਸ ਹੁਣ ਵੀ ਚੱਲ ਰਿਹਾ, ਤੇ ਇਹਦਾ ਨਤੀਜਾ ਕੀ ਹੋਏਗਾ ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ। ਉਹੀ ਨਾ, ਮੀਟਿੰਗ ਹਰ ਮੀਟਿੰਗ ਤੋਂ ਬਾਅਦ ਲੱਗਦਾ ਕਿ ਹਾਈ ਕਮਾਂਡ ਦੀ ਮੀਟਿੰਗ ਦਿਨ ਤੋਂ ਬਾਅਦ ਕਿ ਅੱਜ ਹੱਲ ਹੋ ਜਾਊਗਾ, ਕਾਂਗਰਸ ਦਾ ਕਲੇਸ਼ ਖਤਮ ਹੋ ਜਾਊਗਾ, ਪਰ ਹਾਲੇ ਖਤਮ ਨਹੀਂ ਹੋ ਰਿਹਾ। ਲੱਗਦਾ ਕਿ ਬਦਲਾਅ ਹੋ ਚੁੱਕਿਆ ਤੇ ਜਲਦੀ ਉਹਦਾ ਐਲਾਨ ਵੀ ਕਰ ਦਿੱਤਾ ਜਾਵੇਗਾ। ਕਾਂਗਰਸ ਦੇ ਅੰਦਰ ਬਦਲਾਅ ਹੋਣਾ ਤੈਅ ਆ। ਉਹ ਕੀ ਹੁੰਦਾ ਆਪਾਂ ਸ਼ੁਰੂ ਤੋਂ ਕਹਿ ਰਹੇ, ਕੀ ਹੁੰਦਾ ਉਹ ਤਾਂ ਉਹਦੀ ਪਤਾ ਲੱਗੇਗਾ, ਉਹ ਹਾਈ ਕਮਾਂਡ ਨੂੰ ਪਤਾ ਕੀ ਹੋਏਗਾ। ਕਾਂਗਰਸ 'ਚ ਬਦਲਾਅ ਹੋਏਗਾ, ਉਹ ਕਿਹੜਾ ਹੋਏਗਾ? ਪਹਿਲੇ ਪ੍ਰਧਾਨ ਬਦਲਣਗੇ, ਡਿਪਟੀ ਸੀਐਮ ਬਣਾਉਣਗੇ, ਸੀਐਮ ਕੀ ਕਰਨਗੇ, ਉਹ ਸਾਰੀਆਂ ਗੱਲਾਂ ਨੇ, ਪਰ ਹੋਣਗੀਆਂ ਕਿਵੇਂ ਇਹ ਉਹਨਾਂ ਨੇ ਤੈਅ ਕਰਨੀਆਂ ਨੇ। ਇਸੇ ਨੂੰ ਲੈ ਕੇ ਸਾਰੀ ਕਸ਼ਮਕਸ਼, ਇਸੇ ਨੂੰ ਲੈ ਕੇ ਸਾਰੀ ਲੜਾਈ ਚੱਲ ਰਹੀ ਹੈ। ਕਿਉਂਕਿ ਜਦੋਂ ਮੈਂ ਕਹਿੰਦਾ ਹੁਣ ਰਾਜਨੀਤੀ 'ਚ ਕੁਝ ਫਿਕਸ ਨਹੀਂ ਹੁੰਦਾ। ਤੁਸੀਂ ਰਾਜਨੀਤੀ 'ਚ ਕੁਝ ਫਿਕਸ ਕਰ ਲਿਆ, ਹਾਲਾਤ ਇਹੋ ਜਿਹੇ ਬਣ ਜਾਂਦੇ ਆ, ਤੁਹਾਨੂੰ ਫਿਕਸ ਚੀਜ਼ ਤੋੜਨੀ ਪੈਂਦੀ ਹੈ। ਇਸੇ ਕਰਕੇ ਜਿਹੜਾ ਲੀਡਰ ਸਭ ਤੋਂ ਵੱਧ ਫਲੈਕਸੀਬਲ ਹੁੰਦਾ ਰਾਜਨੀਤੀ 'ਚ, ਉਹ ਸਭ ਤੋਂ ਵੱਧ ਕਾਮਯਾਬ ਹੁੰਦਾ, ਜਿਸ ਫਲੈਕਸੀਬਿਲਿਟੀ ਹੁੰਦੀ ਹੈ। ਜਿਹੜਾ ਬਹੁਤ ਅੜਨ ਵਾਲਾ ਲੀਡਰ ਹੁੰਦਾ, ਜਿਹੜਾ ਨਾ ਉਹ ਅੜੇ ਸੋ ਝੜੇ ਕਹਿੰਦੇ ਆਪਾਂ, ਉਹ ਦੂਜੇ ਪਾਸੇ ਆ, ਪਰ ਇੱਧਰਲੇ ਪਾਸੇ ਉਲਟਾ। ਉਹ ਰਾਜਨੀਤੀ ਦੇ ਅੰਦਰ ਫਲੈਕਸੀਬਲ ਰਹਿਣਾ ਬਹੁਤ ਜ਼ਰੂਰੀ ਹੁੰਦਾ। ਜਿਵੇਂ ਕੈਪਟਨ ਦੀ ਗੱਲ ਕਰਦੇ ਕਿ ਜ਼ਿੱਦੀ ਨੇ ਉਹ, ਹਾਂ, ਪਰ ਫਲੈਕਸੀਬਲ ਆ, ਕੋਈ ਵੀ ਆ, ਮਤਲਬ ਫਲੈਕਸੀਬਲ ਹੋਣਾ ਜ਼ਰੂਰੀ ਹੁੰਦਾ ਕੈਪਟਨ। ਪਰ ਦੇਖੋ ਤੁਸੀਂ ਇਸ ਰਾਜਨੀਤੀ 'ਚ ਆਪਦਾ ਘੇਰਾ ਵੱਡਾ ਕਰਨ ਦੀ ਕੋਸ਼ਿਸ਼, ਸਾਰੇ ਕ੍ਰਾਈਸਿਸ ਦੇ ਬਾਵਜੂਦ ਕੈਪਟਨ ਚੀਜ਼ਾਂ ਨੂੰ ਹੈਂਡਲ ਕਰ ਰਹੇ ਆ। ਰਾਜਨੀਤੀ ਇਹੀ ਹੁੰਦੀ ਹੈ, ਕਿਸੇ ਲਈ ਵੀ ਹੋਵੇ ਉਹ ਮਾਹੌਲ,
ਉਹ ਮਤਲਬ ਹਰ ਬੰਦਾ ਰਾਜਨੀਤੀ ਦੇ ਅੰਦਰ ਕੋਸ਼ਿਸ਼ ਕਰਦਾ, ਜਿਹੜਾ ਕਈ ਵਾਰ ਫਲੈਕਸੀਬਲ ਨਹੀਂ ਹੁੰਦਾ ਉਹ ਫਿਰ ਬਹੁਤ ਛੋਟੀ ਗੱਲ ਤੇ ਵੀ ਕਈ ਵਾਰ ਮਾਤ ਖਾ ਜਾਂਦਾ। ਜਿਵੇਂ ਧੜਿਆਂ ਦੀ ਰਾਜਨੀਤੀ ਹੈ ਕਿ ਕਾਂਗਰਸ ਦਾ ਧੜਾ ਕਿਹਦਾ ਵੱਡਾ ਹੋਊਗਾ, ਨੰਬਰ ਗੇਮ ਹੈ। ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਜਿਹੜੀ ਡਿਪਲੋਮੈਸੀ ਕਰ ਰਹੇ ਨੇ, ਸਿੱਧੂ ਦੂਜੇ ਪਾਸੇ ਦਿੱਲੀ ਦਰਬਾਰ 'ਚ ਬੈਠੇ ਨੇ ਜਾ ਕੇ, ਤੈਅ ਬਹੁਤ ਸਾਰੀਆਂ ਚੀਜ਼ਾਂ ਉੱਥੋਂ ਹੋਣੀਆਂ ਨੇ, ਪਰ ਆਪਣੇ ਆਪਣੇ ਤਰੀਕੇ ਨਾਲ। ਮੈਨੂੰ ਲੱਗਦਾ ਫੈਸਲੇ 'ਚ ਬਹੁਤੀ ਦੇਰ ਨਹੀਂ ਹੈ, ਸੋਰਸ ਇਹੀ ਦੱਸਦੇ ਆ ਜ਼ਿਆਦਾ ਦੇਰ ਨਹੀਂ ਆ ਫੈਸਲੇ 'ਚ। ਕੀ ਫੈਸਲਾ ਹੁੰਦਾ ਇਹ ਉਹ ਦੱਸਣਗੇ, ਪਰ ਫੈਸਲਾ ਕੋਈ ਬਹੁਤ ਜ਼ਿਆਦਾ ਦੇਰ ਨਾਲ ਨਹੀਂ ਹੋਏਗਾ, ਕਿਉਂਕਿ ਸਾਰੀ ਇਹ ਕਹਿ ਕੇ ਆਏ ਨੇ ਕਿ ਕਾਂਗਰਸ ਦਾ ਨੁਕਸਾਨ ਹੋਈ ਜਾਂਦਾ। ਜਿਹੜੇ ਲੀਡਰ ਨਾਲ ਸਾਡੀ ਗੱਲ ਹੋਈ ਹੈ, ਜਿਹੜੇ ਰਾਹੁਲ ਨੂੰ ਮਿਲੇ ਨੇ, ਉਹਨਾਂ ਨੇ ਬਹੁਤਿਆਂ ਨੇ ਰਾਹੁਲ ਨੂੰ ਕਿਹਾ, ਔਰ ਜਿਹੜੇ ਮੰਤਰੀ ਮਿਲ ਕੇ ਆਏ ਨੇ ਉਹਨਾਂ ਨੇ ਵੀ ਸਾਰਿਆਂ ਨੇ ਇਹੀ ਕਿਹਾ ਜੀ ਜਲਦੀ ਨਿਬੇੜ ਦਿਓ ਇਹਨੂੰ, ਅਲਟੀਮੇਟ ਨੁਕਸਾਨ ਕਾਂਗਰਸ ਦਾ ਹੋ ਰਿਹਾ। ਕੀ ਲੱਗਦਾ ਕਿ ਸਿੱਧੂ ਨੂੰ ਕੋਈ ਵੱਡਾ ਅਹੁਦਾ ਜਿਹੜਾ ਤੈਅ ਹੋ ਚੁੱਕਿਆ, ਜਿਸ ਤਰ੍ਹਾਂ ਉਹ ਅਟੈਕਿੰਗ ਮੋਡ 'ਚ ਦਿਖ ਰਹੇ ਨੇ? ਦੇਖੋ, ਸਿੱਧੂ ਦੇ ਪ੍ਰਧਾਨ ਬਣਨ ਦੇ ਲਈ ਲਗਾਤਾਰ ਜ਼ੋਰ ਲਾਇਆ ਜਾ ਰਿਹਾ ਕਿ ਸਿੱਧੂ ਕਾਂਗਰਸ ਪਾਰਟੀ ਦੇ ਪ੍ਰਧਾਨ ਹੋਣ। ਬਹੁਤੇ ਕਹਿੰਦੇ ਮੁੱਖ ਮੰਤਰੀ ਹੋਣਗੇ, ਸਾਡੇ ਸੋਰਸ ਕਹਿ ਰਿਹਾ ਨਹੀਂ। ਜਿਹੜੇ ਮੇਰੇ ਸੋਰਸ ਨੇ ਬਹੁਤ ਸਾਰੇ, ਜਿਨ੍ਹਾਂ ਨਾਲ ਦਿੱਲੀ ਵੀ ਗੱਲ ਹੁੰਦੀ ਹੈ, ਇੱਥੋਂ ਵੀ ਜਿਹੜੇ ਮਿਲ ਕੇ ਆਏ ਨੇ, ਉਹ ਸਾਰੇ ਇਹ ਕਹਿ ਰਹੇ ਨੇ ਸਿੱਧੂ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਜਾਏਗਾ। ਜਿਹੜਾ ਇਹ ਰੌਲਾ ਚੱਲ ਰਿਹਾ ਸੀ ਸਿੱਧੂ ਮੁੱਖ ਮੰਤਰੀ ਬਣ ਸਕਦੇ ਆ ਜਾਂ ਡਿਪਟੀ ਸੀਐਮ ਬਣ ਸਕਦੇ ਆ, ਬੜੀਆਂ ਖਬਰਾਂ ਆਪਣੇ ਆਪਣੇ ਤਰੀਕੇ ਨਾਲ ਸਾਰੇ ਪਲਾਂਟ ਕਰਾਉਂਦੇ ਨੇ। ਹਰ ਬੰਦੇ ਦਾ ਇੰਟਰਸਟ ਹੁੰਦਾ। ਖਬਰ ਤੁਹਾਡੇ ਕੋਲ ਆ ਗਈ, ਮੇਰਾ ਮੰਨਣਾ ਹੈ ਕਿ ਪੱਤਰਕਾਰ ਦਾ ਇਹ ਫਰਜ਼ ਹੁੰਦਾ, ਤੁਹਾਨੂੰ ਖਬਰ ਮਿਲ ਗਈ, ਖਬਰ ਮਿਲਣ ਤੋਂ ਬਾਅਦ ਕੀ ਤੁਹਾਡੇ ਕੋਲ ਇੰਨੇ ਸੋਰਸ ਹੈਗੇ ਨੇ, ਤੁਸੀਂ ਚੈੱਕ ਕਰ ਲਓ ਸਾਰੇ ਆਲੇ ਦੁਆਲੇ। ਖਬਰ ਮਿਲੀ ਨਹੀਂ, ਖਬਰ ਮਿਲ ਗਈ ਤੇ ਅਸੀਂ ਨਾਲ ਦੀ ਨਾਲ, ਖਬਰ ਮਿਲ ਗਈ 10 ਥਾਵਾਂ ਤੋਂ ਹੋਰ ਚੈੱਕ ਕਰ ਲਓ, ਉਹ ਬੈਲੈਂਸ ਹੋ ਜਾਂਦੀ ਹੈ, ਪਤਾ ਲੱਗ ਜਾਂਦਾ। ਇਸ ਕਰਕੇ ਖਬਰਾਂ ਬਹੁਤ ਸਾਰੀਆਂ ਸੀਗੀਆਂ, ਡਿਪਟੀ ਸੀਐਮ ਬਣ ਰਿਹਾ ਜੀ, ਇਹ ਹੋ ਰਿਹਾ, ਤੇ ਸਾਨੂੰ ਪਤਾ ਲੱਗਿਆ ਜਿੰਨਾ ਉਨਾ ਹੀ ਸੀ ਕਿ ਸਿੱਧੂ ਨੂੰ ਪ੍ਰਧਾਨ ਬਣਾਉਣ ਦੀਆਂ ਤਿਆਰੀਆਂ ਹੋ ਰਹੀਆਂ ਨੇ, ਤੇ ਉਹ ਬਾਕੀ ਗੱਲਾਂ ਨੇ ਜਿਹੜੀਆਂ ਉਹ ਉਹਦੇ 'ਚ ਨਹੀਂ ਆ। ਬਾਕੀ ਗੱਲਾਂ ਬਾਰੇ ਬਹੁਤ ਸਾਰੀ ਚਰਚਾ ਹੋਈ ਹੈ, ਬਹੁਤ ਸਾਰੇ ਲੋਕ ਕੈਪਟਨ ਦੇ ਖਿਲਾਫ ਬੋਲ ਕੇ ਆਏ ਨੇ, ਬਹੁਤ ਸਾਰੇ ਲੋਕ ਸਿੱਧੂ ਦੇ ਪੱਖ 'ਚ ਨਹੀਂ ਬੋਲ ਕੇ ਆਏ, ਕੁਝ ਸਿੱਧੂ ਦੇ ਵੀ ਖਿਲਾਫ ਬੋਲ ਕੇ ਆਏ ਨੇ। ਬ੍ਰਹਮਿੰਦਰਾ ਜਿਵੇਂ ਸਿੱਧੂ ਦੇ ਖਿਲਾਫ ਬੋਲੇ ਸੀ, ਤਾਂ ਬਹੁਤ ਸਾਰਾ ਹਾਈਕਮਾਨ ਨੇ ਸਾਰਾ ਕੁਝ ਦੇਖਣਾ। ਜਿਵੇਂ ਮੈਂ ਪਹਿਲਾਂ ਕਿਹਾ ਸੀ, ਹਾਈਕਮਾਨ ਦੇ ਲਈ ਕੈਪਟਨ ਤੇ ਸਿੱਧੂ ਨਹੀਂ, ਹਾਈਕਮਾਨ ਲਈ ਕਾਂਗਰਸ ਆ, ਉਹਨਾਂ ਨੇ ਕਾਂਗਰਸ ਬਚਾਉਣੀ ਆ, ਉਹਨਾਂ ਨੇ ਕਾਂਗਰਸ ਦੀ ਜਥੇਬੰਦੀ ਨੂੰ ਮਜ਼ਬੂਤ ਕਰਨਾ। ਕਾਂਗਰਸ ਦੀ ਜਥੇਬੰਦੀ ਕਿਵੇਂ ਮਜ਼ਬੂਤ ਹੋਵੇ, ਕਾਂਗਰਸ ਕਿਵੇਂ ਮਜ਼ਬੂਤ ਹੋਵੇ, ਗਾਂਧੀ ਪਰਿਵਾਰ ਦਾ ਇੰਟਰਸਟ ਇਹ ਆ, ਨਾ ਕਿ ਗਾਂਧੀ ਪਰਿਵਾਰ ਦਾ ਇੰਟਰਸਟ ਇਹ ਆ ਕਿ ਕੈਪਟਨ ਵੱਡੇ ਨੇ ਜਾਂ ਸਿੱਧੂ ਛੋਟੇ ਨੇ, ਜਾਂ ਸਿੱਧੂ ਵੱਡੇ ਨੇ ਜਾਂ ਕੈਪਟਨ ਛੋਟੇ ਨੇ। ਉਹ ਵੱਖਰੀ ਗੱਲ ਆ, ਉਹਨਾਂ ਦੀ ਜਿਹੜੀ ਇੰਟਰਨਲ ਕੰਟਰਾਡਿਕਸ਼ਨ ਜਿਵੇਂ ਸੋਨੀਆ ਦੀ ਕੈਪਟਨ ਨਾਲ ਹੈ, ਰਾਹੁਲ ਦੀ ਨਹੀਂ ਆ, ਉਹ ਇੱਕ ਵੱਖਰੀ ਗੱਲ ਹੋ ਸਕਦੀ ਹੈਗੀ। ਪਰ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹ ਤੈਅ ਹੋਣਗੀਆਂ ਜਦੋਂ, ਉਦੋਂ ਇਹ ਖਿਆਲ ਰੱਖਿਆ ਜਾਏਗਾ ਕਿ ਕਾਂਗਰਸ ਮਜ਼ਬੂਤ ਕਿਵੇਂ ਹੁੰਦੀ ਹੈ, ਤਾਂ ਉਹਦੇ ਦੀ ਫੈਸਲਾ ਹੋਣਾ। ਤੇ ਸਿੱਧੂ ਨੂੰ ਜ਼ਿੰਮੇਵਾਰੀ ਦੀਆਂ ਚਰਚਾਵਾਂ ਬਹੁਤ ਜ਼ਿਆਦਾ ਨੇ ਕਿ ਸਿੱਧੂ ਨੂੰ ਜ਼ਿੰਮੇਵਾਰੀ ਮਿਲੇਗੀ, ਤੇ ਸਿੱਧੂ ਨੂੰ ਜ਼ਿੰਮੇਵਾਰੀ ਕਿਹੜੀ ਮਿਲੇਗੀ, ਕਿਵੇਂ ਮਿਲੇਗੀ, ਉਹ ਵੱਖਰੀ ਗੱਲ ਆ ਕਿ ਕਦੋਂ ਦਿੰਦੇ ਨੇ, ਕਿਹੜੀ ਦਿੰਦੇ ਨੇ, ਪਰ ਚਰਚਾਵਾਂ ਵੱਡੇ ਪੱਧਰ ਤੇ ਆ ਕਿ ਸਿੱਧੂ ਨੂੰ ਜ਼ਿੰਮੇਵਾਰੀ ਮਿਲ ਸਕਦੀ ਹੈ ਜੀ। ਉਹੀ ਨਾ, ਹੁਣ ਚਾਹੇ ਅਕਾਲੀਆਂ ਦੀ ਗੱਲ ਕਰ ਲਈਏ, ਕਾਂਗਰਸ ਦੀ ਲੜਾਈਆਂ ਸ਼ੁਰੂ ਹੋ ਗਈਆਂ ਨੇ, ਕੀ ਬਣੇਗਾ ਇਹਨਾਂ ਸਿਆਸੀ ਪਾਰਟੀਆਂ ਦਾ, ਚਾਹੇ ਆਪ ਹੋਵੇ, ਚਾਹੇ ਅਕਾਲੀ, ਚਾਹੇ ਕਾਂਗਰਸ? ਦੇਖੋ, ਇੱਕ ਗੱਲ ਤੈਅ ਆ ਜਿਹੜੀ ਮੈਂ ਇੱਕ ਪੰਜਾਬ ਦੀ ਸਿਆਸਤ ਸਭ ਤੋਂ ਘੱਟ ਆ ਜਿਹੜਾ ਦੇਖ ਰਿਹਾ, ਬਹੁਤੀਆਂ ਪਾਰਟੀਆਂ 'ਚ, ਸਾਰੀਆਂ ਪਾਰਟੀਆਂ 'ਚ ਮੈਂ ਦੇਖ ਰਿਹਾ ਇੱਕ ਗੱਲ ਕਿ ਲੀਡਰਸ਼ਿਪ ਦਾ ਸੰਕਟ ਹੈ। ਜਿਹੜਾ ਇੱਕ ਲੀਡਰਸ਼ਿਪ ਲੀਡਰ ਨੇ ਦਿਖਾਉਣੀ ਹੁੰਦੀ, ਲੀਡਰਸ਼ਿਪ ਦਾ ਨਹੀਂ ਕਿ ਲੀਡਰ ਨਹੀਂ ਹੈਗਾ ਉੱਥੇ, ਸਾਰੀਆਂ ਪਾਰਟੀਆਂ ਕੋਲ ਲੀਡਰ ਨੇ, ਲੀਡਰਸ਼ਿਪ ਦਿਖਾਉਣੀ ਹੁੰਦੀ ਆ ਲੀਡਰ ਨੇ। ਲੀਡਰਸ਼ਿਪ ਕਿਤੇ ਨਜ਼ਰ ਨਹੀਂ ਆ ਰਹੀ। ਸਾਰੀਆਂ ਪਾਰਟੀਆਂ ਦੇ ਅੰਦਰ ਇਹ ਸੰਕਟ ਦੇਖਣ ਨੂੰ ਮਿਲ ਰਿਹਾ, ਜਾਂ ਪੰਜਾਬ ਦਾ ਸੰਕਟ ਕਹਿ ਸਕਦੇ ਹਾਂ। ਜਿਵੇਂ ਕੋਈ ਕਹੇ ਕਿ ਕਿਹੜਾ ਇਹੋ ਜਿਹਾ ਬੰਦਾ ਜਿਹੜਾ ਪੰਜਾਬ ਨੂੰ ਪੰਜਾਬ ਬਣਾ ਦੇਗਾ। ਲੀਡਰਸ਼ਿਪ ਦਾ ਸੰਕਟ ਹੈ ਕਿ ਲੀਡਰਸ਼ਿਪ ਦਿਖਾਉਣੀ, ਜਦੋਂ ਤੁਹਾਡੇ ਕੋਲ ਮੌਕਾ ਆ ਗਿਆ ਕਿ ਤੁਸੀਂ ਆਪਣੀ ਲੀਡਰਸ਼ਿਪ ਦਿਖਾ ਜਾਂਦੇ ਹੋ, ਜਾਂ ਤੁਹਾਡੇ ਕੋਲ ਸਿਰਫ ਭਾਸ਼ਣ ਨੇ, ਸਾਰਿਆਂ ਦੀ ਗੱਲ ਕਰਦਾ ਮੈਂ, ਤੇ ਜਦੋਂ ਤੁਸੀਂ ਮੈਨੇਜਮੈਂਟਾਂ ਤੇ ਟਿਕੇ ਰਹੋਗੇ, ਮੈਂ ਦੇਖ ਰਿਹਾ ਕਿ ਬਹੁਤ ਵੱਡੇ ਪੱਧਰ ਦੇ ਉੱਤੇ ਇਕੱਲੀ ਮੈਨੇਜਮੈਂਟ ਤੇ ਕੰਮ ਚੱਲ ਰਿਹਾ ਹੈਗਾ। ਰਾਜਨੀਤੀ ਤੋਂ ਵੱਡੀ ਕੋਈ ਚੀਜ਼ ਨਹੀਂ ਹੁੰਦੀ। ਦੁਨੀਆ ਦਾ ਸਭ ਤੋਂ ਔਖਾ ਕੰਮ ਰਾਜਨੀਤੀ ਹੈ। ਰਾਜਨੀਤੀ ਕਿਸੇ ਵੀ ਤਰ੍ਹਾਂ ਦੀ ਹੋਵੇ, ਉਹ ਚਾਹੇ ਲੋਕਾਂ 'ਚ ਜਾ ਕੇ ਕਰਨੀ ਹੋਵੇ, ਚਾਹੇ ਤੁਸੀਂ ਮੇਨ ਸਟ੍ਰੀਮ ਪੋਲੀਟਿਕਸ ਹੋਵੇ, ਵੀ ਲੋਕਾਂ 'ਚ ਹੀ ਜਾਂਦੇ ਨੇ, ਅਲਟਰਨੇਟਿਵ ਪੋਲੀਟਿਕਸ ਹੋਰ ਤਰੀਕੇ ਨਾਲ ਲੋਕਾਂ ਜਾਂਦੀ ਹੈ। ਰਾਜਨੀਤੀ ਕਰਨਾ, ਰਾਜਨੀਤੀ ਨੂੰ ਖੜਾ ਕਰ ਦੇਣਾ, ਰਾਜਨੀਤੀ ਕਰਨਾ ਨਹੀਂ, ਰਾਜਨੀਤੀ ਤਾਂ ਕੋਈ ਵੀ ਕਰ ਸਕਦਾ ਆ ਕੇ, ਰਾਜਨੀਤੀ ਨੂੰ ਖੜਾ ਕਰ ਦੇਣਾ, ਚਿੰਤੀ ਲਾ ਕੇ ਰਾਜਨੀਤੀ ਤੁਸੀਂ ਖੜੀ ਕਰ। ਲੀਡਰ ਉਹ ਹੁੰਦਾ, ਲੀਡਰਸ਼ਿਪ ਉਹ ਹੁੰਦੀ ਹੈ ਕਿ ਤੁਸੀਂ ਪਾਰਟੀ ਨੂੰ ਉੱਥੇ ਚੱਕਦੇ ਐਂ ਲੈ ਆਉਣੇ, ਨਾ ਕਿ ਇੱਥੋਂ ਐਂ ਕਰਦੇ ਇੱਥੇ ਚਲੇ ਜਾਣ। ਤਾਂ ਇਹ ਜਿਹੜੀ ਚੀਜ਼ ਆ ਗਈ, ਇਹ ਨਜ਼ਰ ਨਹੀਂ ਆ ਰਹੀ। ਪੰਜਾਬ ਦੇ ਲੈਵਲ ਦੇ ਉੱਤੇ ਵੀ ਕੋਈ ਉਹ ਚਿਹਰਾ ਜਿਹਦੇ ਕੋਲ ਵਿਜ਼ਨ ਹੋਵੇ, ਜਿਹੜਾ ਪੰਜਾਬ ਨੂੰ ਇਹਨਾਂ ਸਾਰੇ ਸੰਕਟਾਂ ਚੋਂ ਕੱਢ ਦੇ, ਉਹ ਚਿਹਰਿਆਂ ਦੀ ਲੋੜ ਆ ਪੰਜਾਬ ਨੂੰ, ਕਿ ਪੰਜਾਬ ਨੂੰ ਉਹ ਚਿਹਰੇ ਚਾਹੀਦੇ ਨੇ ਜਿਹੜੇ ਪੰਜਾਬ ਨੂੰ ਸੰਕਟ ਚੋਂ ਕੱਢਣ। ਉਹ 'ਚ ਬਹੁਤ ਸਾਰੇ ਕਿਸਾਨੀ ਤੇ ਵੀ ਗੱਲ ਹੁੰਦੀ ਆ, ਹੋਰ ਵੀ ਪਾਰਟੀਆਂ ਬਣ ਰਹੀਆਂ ਨੇ। ਬਹੁਤੇ ਲੋਕ ਕਹਿੰਦੇ ਆ ਇਹਨਾਂ ਬਾਰੇ ਕੋਈ ਗੱਲ ਹੁੰਦੀ, ਉਹਨਾਂ ਬਾਰੇ ਕਿਉਂ ਨਹੀਂ ਹੁੰਦੀ? ਜਦੋਂ ਜਿਹਦਾ ਆਧਾਰ ਬਣਦਾ ਆਪੀ ਗੱਲ ਹੁੰਦੀ ਹੈ। ਪੱਤਰਕਾਰਾਂ ਨੇ ਉਹਦੇ ਤੇ ਗੱਲ ਕਰਨੀ, ਜਿਹੜਾ ਸਾਰਾ ਕੁਝ, ਜਦੋਂ ਤੁਸੀਂ ਕਿਸੇ ਸੀਨ 'ਚ ਨੂੰ, ਤਾਂ ਕੀ ਗੱਲ ਕਰੂ ਤੁਹਾਡੇ ਤੇ ਕੋਈ? ਸੀਨ 'ਚ ਜਦੋਂ ਕੋਈ ਚੀਜ਼ ਆਉਂਦੀ ਹੈ, ਉਹਦੇ 'ਚ ਸਾਰੀਆਂ ਚੀਜ਼ਾਂ। ਰਾਜਨੀਤੀ ਦੇ ਅੰਦਰ ਜੇ ਕੋਈ ਕਹੂਗਾ ਮੈਂ ਬਹੁਤ ਵਧੀਆ ਗਾ, ਇਹ ਗੱਲ ਵੀ ਮੈਟਰ ਨਹੀਂ ਕਰ। ਰਾਜਨੀਤੀ 'ਚ ਡਿਪਲੋਮੇਸੀ ਵੀ ਹੁੰਦੀ ਹੈ। ਰਾਜਨੀਤੀ ਦੇ ਅੰਦਰ ਤੁਹਾਡਾ ਉਹ ਜ਼ਮੀਨ ਤੇ ਖੜੇ ਹੋ ਕੇ ਚੀਜ਼ਾਂ ਨੂੰ ਖੜੇ ਕਰ ਦੇਣਾ, ਉਹ ਹੁੰਦਾ।
ਵਧੀਆ ਤੇ ਬਹੁਤ ਸਾਰੇ ਲੋਕ ਸਾਨੂੰ ਪਤਾ ਵਿਚਾਰੇ ਰਾਜਨੀਤੀ ਜਿਨ੍ਹਾਂ ਦੇ ਪੱਬ ਹੀ ਨਹੀਂ ਲੱਗੇ। ਕੱਲਾ ਵਧੀਆ ਹੋਣਾ ਚੰਗੀ ਗੱਲ ਹੈ, ਇਮਾਨਦਾਰ ਵਧੀਆ ਹੋਣਾ ਬਹੁਤ ਹੀ ਵਧੀਆ ਗੱਲ ਆ, ਪਰ ਉਹਦੇ ਨਾਲ ਬਹੁਤ ਸਾਰੇ ਹੋਰ ਰਾਜਨੀਤੀ ਕੱਲੀ ਚੋਣਾਂ ਕੱਲੀਆਂ ਹੀ ਨਹੀਂ ਜਿੱਤੀਆਂ ਜਾਂਦੀਆਂ ਕਿ ਤੁਸੀਂ ਵਧੀਆ ਹੋਗੇ, ਤੁਸੀਂ ਇਮਾਨਦਾਰ ਹੋ। ਫਿਰ ਤਾਂ ਸਾਰੇ ਇਮਾਨਦਾਰੀ ਲੀਡਰ ਜਿੱਤਦੇ, ਫਿਰ ਤਾਂ ਸਾਰੇ ਨਾ ਇਮਾਨਦਾਰ ਲੋਕ ਹੋਣ, ਵਧੀਆ ਲੋਕ ਹੋਣ, ਪਰ ਉਹਨਾਂ ਨੂੰ ਬਾਕੀ ਚੀਜ਼ਾਂ ਵੀ ਆਉਣੀਆਂ ਚਾਹੀਦੀਆਂ ਨੇ ਰਾਜਨੀਤੀ ਦੀਆਂ। ਉਹਨਾਂ ਕੋਲ ਵਿਚਾਰਿਆਂ ਕੋਲ ਮੈਨੇਜਮੈਂਟ, ਇੱਧਰਲੇ ਪਾਸੇ ਮੈਂ ਦੇਖ ਰਿਹਾ ਮੇਨ ਸਟ੍ਰੀਮ ਕੋਲੇ ਕੱਲੀ ਮੈਨੇਜਮੈਂਟ ਹੀ ਰਹਿ ਗਈ। ਲੀਡਰਸ਼ਿਪ ਦਿਖਾਉਣੀ, ਮੈਨੇਜਮੈਂਟ ਨਾਲ ਨਹੀਂ ਚੱਲਦੀਆਂ ਪਾਰਟੀਆਂ ਜਾਂ ਪੋਲੀਟਿਕਸ। ਉਹ ਲੀਡਰਸ਼ਿਪ ਜਿਹੜੀ ਦਿਖਾਉਣੀ ਆ ਉਹ ਅਜੇ ਤੱਕ 2022 ਲਈ ਕਿਤੇ ਨਜ਼ਰ ਨਹੀਂ ਆ ਰਹੀ ਜਿਸ ਤਰੀਕੇ ਦੀ ਹੋਵੇ। ਜ਼ਿੰਮੇਵਾਰੀਆਂ ਆਉਣ ਵਾਲੇ ਦਿਨਾਂ 'ਚ ਮਿਲਣਗੀਆਂ ਬਹੁਤ ਸਾਰੇ ਲੋਕਾਂ ਨੂੰ, ਕਿਵੇਂ ਕਰਦੇ ਨੇ, ਕਿਸ ਤਰ੍ਹਾਂ ਦਾ ਕੰਮ ਹੋਏਗਾ, ਉੱਥੋਂ ਪਤਾ ਲੱਗਿਆ। ਕੱਲੀਆਂ ਸਟੇਟਮੈਂਟਾਂ ਦੀ ਪੋਲੀਟਿਕਸ ਆ ਨਾ ਜਿਹੜੀ, ਕਿ ਸਟੇਟਮੈਂਟ ਪੋਲੀਟਿਕਸ, ਵੱਡੀ ਸਾਰੀ ਸਟੇਟਮੈਂਟ ਦੇ ਦਿਓ, ਮੋਮੈਂਟਮ ਬਣਾਓ। ਐ ਮੋਮੈਂਟਮ ਨਹੀਂ ਬਣਨਗੇ ਕਿਸੇ ਵੀ ਪਾਰਟੀ ਦੇ ਵੀ ਇੱਕ ਮੁੱਦੇ ਤੇ ਚੱਲ ਸ਼ਾਇਦ ਇਹ ਤੇ ਮੋਮੈਂਟਮ ਬਣ ਜੂ, ਸ਼ਾਇਦ ਇਹਨੂੰ ਸ਼ਾਮਲ ਕਰਕੇ ਬਣ ਜੂ, ਸ਼ਾਇਦ ਇਹ ਮੁੱਦੇ ਦੇ ਉੱਤੇ ਮੈਂ ਬੋਲ ਦੂੰ ਮੋਮੈਂਟਮ ਬਣ ਜੂ। ਮੋਮੈਂਟਮ ਬਣਾਉਣ ਦੇ ਲਈ ਉਹ ਜਿਹੜੀ ਸਾਰੀ ਚੀਜ਼ ਆ, ਜਦੋਂ ਲੋਕਾਂ ਨੂੰ ਲੱਗੇ, ਪੰਜਾਬ ਨੂੰ ਲੱਗੇ ਕਿ ਹਾਂ ਕਿ ਵਾਕਈ ਯਾਰ ਇਹ ਗੱਲ ਸੱਚੀ ਲੱਗਦੀ ਹੈ, ਇਹ ਗੱਲ ਜਚਦੀ ਹੈ, ਇਸ ਕਰਕੇ ਉਹ ਸਾਰੀਆਂ ਚੀਜ਼ਾਂ ਨੇ ਉਹਦੇ 'ਚ। ਜਦੋਂ ਇਹ ਚੀਜ਼ਾਂ ਔਰ ਜਿਹੜੀਆਂ ਚੀਜ਼ਾਂ ਦੱਸੀਆਂ ਗਈਆਂ ਨੇ ਜੇ ਤੁਸੀਂ ਉਹੀ ਦੱਸੀ ਜਾਓਗੇ, ਨਵਾਂ ਮੈਂ ਦੇਖ ਰਿਹਾ ਗਾ ਕਿ ਲੀਡਰਾਂ ਕੋਲੇ ਕੁਝ ਨਵਾਂ ਨਹੀਂ ਹੈ। ਪੰਜਾਬ ਦੇ ਲੀਡਰਾਂ ਨੂੰ ਤੁਸੀਂ ਸੁਣੋ, ਤੁਸੀਂ 2022 ਦੇ 17 ਦੇ ਭਾਸ਼ਣ ਕੱਢ ਲਓ, 2012 ਦੇ ਕੱਢ ਲਓ ਤੇ 22 ਲਈ ਕੱਢ ਲਓ, ਬਹੁਤਾ ਫਰਕ ਤੁਹਾਨੂੰ ਕੋਈ ਨਹੀਂ ਦੇਖੇਗਾ ਕਿ ਆਹ ਬੰਦਾ ਆ ਗਿਆ ਬੜੇ ਵਿਜ਼ਨ ਦੀ ਗੱਲ ਕਰ ਰਿਹਾ, ਬੜਾ ਤਕੜਾ ਵਿਜ਼ਨ ਆ ਇਹਦੇ ਕੋਲੇ। ਸੇਮ ਹੀ ਗੱਲਾਂ ਹੋਣਗੀਆਂ, ਕੋਈ ਪੜ੍ਹਦਾ ਨਹੀਂ, ਲਿਖਦਾ ਨਹੀਂ, ਸਟੱਡੀ ਨਹੀਂ। ਇੱਕ ਹੁੰਦਾ ਨਾ ਤੁਹਾਡੀ ਸਟੱਡੀ ਹੈ ਜ਼ਬਰਦਸਤ, ਹਿਸਟਰੀ ਤੇ ਸਟੱਡੀ ਹੈਗੀ, ਮਤਲਬ ਹਿਸਟਰੀ ਤੇ ਸਟੱਡੀ ਕਰਨ ਦਾ ਮਤਲਬ ਨਹੀਂ ਹੈਗਾ ਮਤਲਬ ਤੁਸੀਂ ਵਰਲਡ ਹਿਸਟਰੀ ਪੜ੍ਹ ਲਈ ਹੈ ਨਾ, ਇੰਡੀਅਨ ਹਿਸਟਰੀ ਪੜ੍ਹ ਲਈ, ਪੰਜਾਬ ਦੀ ਹਿਸਟਰੀ ਪੜ੍ਹ ਲਈ, ਤੁਸੀਂ ਉਹ ਸਾਰਾ ਪੜ੍ਹ ਕੇ ਜਾਂ ਸਮਝ ਕੇ, ਸਾਰੇ ਮੈਥ ਨੂੰ ਵੀ ਸਾਰੀ ਚੀਜ਼ਾਂ ਨੂੰ, ਹਿਸਟਰੀ ਨੂੰ, ਕਲਚਰ ਨੂੰ, ਸੋਸ਼ੋਲੋਜੀ ਨੂੰ, ਪੰਜਾਬ ਦੀ ਸਾਈਕੋਲੋਜੀ ਨੂੰ, ਜਿਸ ਤਰ੍ਹਾਂ ਦਾ ਪੰਜਾਬ ਆ, ਇਹ ਸਾਰੇ ਕਾਸੇ ਨੂੰ ਸਮਝ ਕੇ ਇੱਕ ਪੂਰਾ ਸਾਰਥਕ ਕਹਿੰਦੇ ਨਾ, ਜਿਵੇਂ ਕੁੱਜੇ 'ਚ ਸਮੁੰਦਰ ਬੰਦ ਕਰ ਦੇਣਾ ਜਾਂ ਸਮੁੰਦਰ ਮੰਥਰ ਹੋਣ ਤੋਂ ਬਾਅਦ ਜਿਹੜੀ ਗੱਲ ਆ ਕਿ ਨਿਕਲਦੀ ਆ, ਉਹ ਚੀਜ਼ ਨਹੀਂ ਕਿਤੇ ਦਿਖਦੀ। ਅਗਰ ਉਹ ਦਿਖੇਗੀ ਤੇ ਲੋਕ ਉਹਦੇ ਵੱਲ ਦੇਖਣ ਲੱਗ ਜਾਣਗੇ, ਲੋਕ ਉਹਦੇ ਵੱਲ ਹੀ ਦੇਖਣਗੇ ਜਿਹੜਾ ਵਾਕਈ ਲੱਗੇਗਾ ਕਿ ਹਾਂ ਇਹ ਕਿਸੇ ਸਿਰੇ ਲਾਏਗਾ। ਤਾਂ ਰਾਜਨੀਤਿਕ ਲੜਾਈ ਹਜੇ ਹੋਰ ਤਿੱਖੀ ਹੋਣੀ ਆ ਸਾਰੀਆਂ ਪਾਰਟੀਆਂ ਦੀ ਆ। ਦੇਖਦੇ ਹਾਂ ਕੌਣ ਲੀਡਰਸ਼ਿਪ ਦਿਖਾਉਂਦਾ ਤੇ ਕੌਣ ਪਿੱਛੇ ਚਲਾ ਜਾਂਦਾ। ਤਾਂ ਪੰਜਾਬ ਦੇ ਵਿੱਚ ਲੀਡਰਾਂ ਦੀ ਸਿਆਸੀ ਬਿਆਨਬਾਜ਼ੀ ਤੇਜ਼ ਹੋ ਚੁੱਕੀ ਹੈ, ਪਰ ਇਹਨਾਂ ਲੀਡਰਾਂ ਨੂੰ ਚਾਹੀਦਾ ਹੈ ਕਿ ਇੱਕ ਦੂਜੇ ਤੇ ਪਲਟਵਾਰ ਕਰਨ ਦੀ ਬਜਾਏ ਮੁੱਦਿਆਂ ਦੀ ਰਾਜਨੀਤੀ ਕੀਤੀ ਜਾਵੇ।